ਡੀਅਰ ਸਟੂਡੈਂਟਸ, ਮੇਰੇ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਚੈਪਟਰ 12 ਆਫ NCERT ਨੂੰ ਡਿਸਕਸ ਕਰਾਂਗੇ। ਸੋ ਇਹ ਸਾਡਾ ਪਹਿਲਾ ਲੈਕਚਰ ਹੈ। ਹੋ ਸਕਦਾ 2, 3, 4 ਇਸ ਟੌਪਿਕ ਤੇ ਸਾਡੇ ਲੈਕਚਰਸ ਹੋਣ। ਸੋ ਸਭ ਤੋਂ ਪਹਿਲਾਂ ਤਾਂ ਜਿਹੜਾ ਸਾਡਾ ਸਿਲੇਬਸ ਹੈ ਉਹਦੇ ਅਕੋਰਡਿੰਗਲੀ ਯੂਨਿਟ 5 ਹੈ, ਚੈਪਟਰ 12 ਹੈ ਲੀਨੀਅਰ ਪ੍ਰੋਗਰਾਮਿੰਗ। ਹਾਂਜੀ, ਇੰਟਰੋਡਕਸ਼ਨ ਆ ਉਹਦੀ ਜਿਹੜੀ ਟਰਮਸ ਹੈਗੀਆਂ, ਕੰਸਟ੍ਰੇਂਟ, ਆਬਜੈਕਟਿਵ ਫੰਕਸ਼ਨ, ਆਪਟੀਮਾਈਜੇਸ਼ਨ ਕੀ ਹੁੰਦੀ ਹੈ, ਡਿਫਰੈਂਟ ਟਾਈਪ ਆਫ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮਸ ਕਿਹੜੀਆਂ ਹੁੰਦੀਆਂ, ਉਹਨਾਂ ਦੇ ਸੋਲਿਊਸ਼ਨ ਕਿਵੇਂ ਆ, ਮੈਥਮੈਟੀਕਲ ਫਾਰਮੂਲੇਸ਼ਨ ਕਿਵੇਂ ਆ ਕਿਸੇ LPP ਦੀ, ਤਾਂ ਗ੍ਰਾਫਿਕਲ ਮੈਥਡ ਆਫ ਸੋਲਿਊਸ਼ਨ ਫਾਰ ਪ੍ਰੋਬਲਮਸ ਇਨ 2 ਵੇਰੀਏਬਲਸ। ਗ੍ਰਾਫਿਕਲ ਮੈਥਡ ਹਮੇਸ਼ਾ 2 ਵੇਰੀਏਬਲ 'ਚ ਲੱਗਦਾ। ਫਿਜ਼ੀਬਲ ਐਂਡ ਇਨਫਿਜ਼ੀਬਲ ਰੀਜ਼ਨਸ, ਬਾਉਂਡਡ ਔਰ ਅਨਬਾਉਂਡਡ, bounded or unbounded, feasible and infeasible solutions, optimal feasible solutions, up to 3 non-trivial constraints ਜਾਂ restrictions ਕਹਿ ਲਓ ਇਹਦੇ ਲਈ ਵਰਡ। ਤਾਂ ਜਿਹੜਾ ਸਾਡੀ ਵੰਡ ਹੈ ਸਿਲੇਬਸ ਦੀ, ਉਹਦੇ ਵਿੱਚ 6 ਤੋਂ 7 ਨੰਬਰਾਂ ਦਾ 6 ਤੋਂ 7 ਨੰਬਰਾਂ ਦਾ ਪੇਪਰ ਇਹਦੇ 'ਚੋਂ ਆ ਸਕਦਾ, 6 to 7 ਮਾਰਕਸ। ਕਿਉਂਕਿ ਆਪਾਂ ਪਹਿਲਾਂ ਵੀ ਡਿਸਕਸ ਕਰਕੇ ਹਟੇ ਹਾਂ ਟਰਮ 2 ਦਾ ਪੇਪਰ ਸਟਾਈਲ ਕਿਹੋ ਜਿਹਾ ਹੋਊਗਾ। ਅੱਜ ਡੇਟ ਹੈਗੀ ਹੈ 28 ਦਸੰਬਰ, ਨਹੀਂ ਪਤਾ, ਕੋਈ ਅਫੀਸ਼ੀਅਲ ਇਨਫੋਰਮੇਸ਼ਨ ਇਹਦੇ 'ਤੇ ਨਹੀਂ ਹੈਗੀ। ਸੋ ਇਹ ਡਿਪੈਂਡ ਕਰੂਗਾ ਅੱਗੇ ਗੌਰਮੈਂਟ ਕਿੱਦਾਂ ਦਾ ਡਿਸੀਜ਼ਨ ਲੈਂਦੀ ਹੈ। ਸੋ ਫਿਲਹਾਲ ਅਸੀਂ ਥਿਓਰੀ ਨੂੰ ਪੜ੍ਹਾਂਗੇ ਇਸ ਲੈਕਚਰ ਦੇ ਵਿੱਚ। ਤਾਂ ਜਿਵੇਂ ਹੀ ਕੋਈ ਸਾਨੂੰ ਕੋਈ ਇਨਫੋਰਮੇਸ਼ਨ ਆਉਂਦੀ ਹੈ ਜਾਂ ਡਿਪਾਰਟਮੈਂਟ ਕਲੀਅਰ ਕਰਦਾ ਹੈ ਵੀ ਅਸੀਂ ਪੇਪਰ ਦਾ ਸਟਾਈਲ ਕਿਹੋ ਜਿਹਾ ਲੈਣਾ, ਵੀ ਲੌਂਗ ਕੁਐਸਚਨਸ ਲੈਣੇ ਆ, ਸ਼ਾਰਟ ਲੈਣੇ ਆ ਜਾਂ MCQs ਲੈਣੇ ਆ, ਉਹਦੇ ਅਕੋਰਡਿੰਗਲੀ ਫਿਰ ਅਸੀਂ ਇਹਦੀ ਉਸ ਤਰ੍ਹਾਂ ਦੇ ਕੁਐਸਚਨਸ ਅਸੀਂ ਪ੍ਰਿਪੇਅਰ ਕਰ ਲਾਂਗੇ। ਜਿੰਨਾ ਚਿਕਰ ਪੂਰੀ ਕਹਾਣੀ ਨਾ ਪਤਾ ਹੋਵੇ ਉਹਨਾਂ ਚਿਕਰ ਉਹਦੇ ਕਿਰਦਾਰਾਂ ਦਾ ਨਹੀਂ ਪਤਾ ਲੱਗਦਾ। ਸੋ ਸਾਡਾ ਅੱਜ ਵਾਲਾ ਲੈਕਚਰ ਹੈ ਜਿਹੜਾ ਟੋਟਲੀ ਫੋਕਸ ਹੋਊਗਾ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਹੁੰਦੀ ਕੀ ਹੈ, ਦਾ ਗ੍ਰਾਫਿਕਲ ਮੈਥਡ ਕੀ ਹੈ, ਜਾਂ ਉਹਦੇ ਨਾਲ ਰਿਲੇਟਡ ਜਿੰਨੇ ਵੀ ਕਨਸੈਪਟਸ ਹੈਗੇ ਆ। ਸੋ ਥਿਓਰਟੀਕਲੀ ਇਹ ਚੈਪਟਰ ਆਪਾਂ ਇਸ ਨੂੰ ਕਰਾਂਗੇ। ਸੋ ਇਹ 'ਚ ਕਰਾਂਗੇ ਕੀ ਟੌਪਿਕ ਆਫ ਡਿਸਕਸ਼ਨ 'ਚ ਇੰਟਰੋਡਕਸ਼ਨ ਹੈ, ਕਿੱਥੋਂ ਆਏ, ਕਿਵੇਂ ਆਇਆ, ਬੇਸਿਕ ਟਰਮੋਲੋਜੀ, ਗ੍ਰਾਫਿਕਲ ਮੈਥਡ ਅਤੇ ਕੁਝ ਰਿਲੇਟਡ ਐਗਜ਼ਾਮਪਲ ਜਿਹੜੀਆਂ ਤੁਹਾਡੀ ਬੁੱਕ ਦੇ ਵਿੱਚ ਦਿੱਤੀਆਂ ਹੋਈਆਂ। ਇੰਟਰੋਡਕਸ਼ਨ ਦੇ ਵਿੱਚ ਬੇਟਾ ਇਹ ਕੋਈ ਸਬਜੈਕਟ ਇੱਦਾਂ ਨਹੀਂ ਹੈਗਾ ਵੀ ਨਿਊਟਨ ਵਾਂਗ 1500 ਕੁਛ ਦਾ ਜਾਂ ਬਹੁਤ ਪੁਰਾਣਾ ਜਾਂ ਇਹ ਬਹੁਤ ਐਨੀਸ਼ੈਂਟ ਸਬਜੈਕਟ ਹੈ ਇਹ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮ ਦਾ। ਇਹ ਨਵਾਂ ਜਿਹਾ ਹੀ ਹੈ, ਜਦੋਂ ਕੋਈ 70-80 ਸਾਲ 1940 ਕਹਿ ਲਈ ਦੇ ਆਸੇ ਪਾਸੇ ਹੀ ਜਾ ਕੇ ਇਹਨੂੰ ਥੋੜ੍ਹੀ ਜਿਹੀ ਡਿਵੈਲਪਮੈਂਟ ਹੁੰਦੀ ਹੈ ਸਬਜੈਕਟ ਦੇ ਵਿੱਚ। ਹੁੰਦਾ ਕੀ ਐਕਚੁਅਲ ਦੇ ਵਿੱਚ ਜਦੋਂ ਵੀ ਸਾਡੇ ਸਮਾਜ ਵਿੱਚ ਵੱਡੀਆਂ ਘਟਨਾਵਾਂ ਘਟਦੀਆਂ ਨਾ, ਤਾਂ ਉਦੋਂ ਸਮਾਜ ਵਿੱਚ ਤਬਦੀਲੀਆਂ ਦੇਖਣ ਨੂੰ ਮਿਲਦੀਆਂ, ਹੈ ਨਾ। ਸਾਡੇ ਇਤਿਹਾਸ ਦੇ ਵਿੱਚ World War I ਹੋਈ, ਇੱਕ ਵੱਡੀ ਘਟਨਾ ਸੀ। World War II ਹੋਈ ਜਦੋਂ ਪਹਿਲੀ ਵਾਰੀ ਨਿਊਕਲੀਅਰ ਬੰਬ ਦਾ ਯੂਜ਼ ਹੋਇਆ, ਸਾਡੀ UNO ਬਣੀ ਹੈ। ਸੋ ਬਹੁਤ ਸਾਰੀਆਂ ਸਮਾਜ ਵਿੱਚ ਇੱਦਾਂ ਦੀਆਂ ਹੋਈਆਂ। ਉਸ ਤੋਂ ਬਾਅਦ ਕੋਈ ਟ੍ਰੀਟੀਜ਼ ਹੋਈਆਂ ਬਹੁਤ ਸਾਰੀਆਂ ਇੰਟਰਨੈਸ਼ਨਲ ਲੈਵਲ ਦੀਆਂ। ਲੋਕਾਂ ਦੇ ਬਿਜ਼ਨਸ ਕਰਨ ਦੇ ਤਰੀਕੇ ਬਦਲ ਗਏ। ਉਵੇਂ ਹੁਣ ਕਰੋਨਾ ਵੀ ਆਇਆ ਹੋਇਆ। ਕਰੋਨਾ ਤੋਂ ਬਾਅਦ ਵੀ ਸਮਾਜ ਦਾ ਸਰੂਪ, ਸਾਡੇ ਪੜ੍ਹਾਈ ਲਿਖਾਈ ਦੇ ਤਰੀਕੇ, ਐਜੂਕੇਸ਼ਨ ਦੇ ਕੰਟੈਂਟ ਬਹੁਤ ਕੁਛ ਬਦਲ ਜਾਣਾ ਅਤੇ ਬਦਲ ਗਿਆ ਵੀ ਹੈ। ਸੋ ਜਦੋਂ World War II ਚੱਲ ਰਹੀ ਸੀ ਤਾਂ World War II ਦੇ ਵਿੱਚ ਤੁਹਾਨੂੰ ਯਾਦ ਹੋਣਾ ਜਾਂ ਕਿਤੇ ਪੜ੍ਹਿਆ ਹੋਣਾ ਤੁਸੀਂ ਵੀ ਸਾਰੀ ਦੁਨੀਆ 2 ਹਿੱਸਿਆਂ 'ਚ ਵੰਡੀ ਗਈ ਸੀ। 2 ਮੁਲਕ 2 ਧਿਰਾਂ ਦੇ ਵਿਚਕਾਰ ਮੁਕਾਬਲਾ ਚੱਲ ਰਿਹਾ ਸੀ। ਤਾਂ ਜਦੋਂ ਜੰਗ ਹੁੰਦੀ ਆ ਨਾ, ਤਾਂ ਉਦੋਂ ਸਭ ਕੁਝ ਰੁਕ ਜਾਂਦਾ, ਕਤਲ ਹੋ ਰਹੇ ਹੁੰਦੇ ਆ, ਲੋਕ ਮਰ ਰਹੇ ਹੁੰਦੇ ਆ। ਤਾਂ ਉਦੋਂ ਵਾਰ ਆਪਰੇਸ਼ਨ ਦੇ ਵਿੱਚ ਹਰੇਕ ਦਾ ਇਹ ਹੁੰਦਾ ਵੀ ਜੋ ਸਾਡੇ ਕੋਲ ਰਿਸੋਰਸਿਸ ਆ ਨਾ, ਸਾਡੇ ਕੋਲ ਜੋ ਖਾਣ ਪੀਣ ਦਾ ਸਮਾਨ ਹੈਗਾ ਜਾਂ ਹੋਰ ਰਿਸੋਰਸਿਸ ਹੈਗੇ ਆ ਜਿਹਦੇ ਨਾਲ ਇਕੋਨਮੀਜ਼ ਜਾਂ ਦੇਸ਼ ਚੱਲਦੇ ਆ, ਉਹਨਾਂ ਨੂੰ ਇੱਕ ਆਪਟੀਮਮ ਵੇ ਨਾਲ ਯੂਜ਼ ਕੀਤਾ ਜਾਵੇ। ਐਕਸਪੈਂਡੀਚਰ ਹੈ ਜਿਹੜੇ ਉਹ ਘੱਟ ਕੀਤੇ ਜਾਣ। ਤਾਂ ਜਿਹੜਾ ਦੂਸਰਾ ਇਹ ਹੁੰਦਾ ਵੀ ਮੈਕਸੀਮਮ ਡੈਮੇਜ ਐਨਮੀ ਨੂੰ ਕਿਵੇਂ ਪਹੁੰਚਾਇਆ ਜਾ ਸਕਦਾ। ਹੁਣ ਜਿਵੇਂ ਅਮਰੀਕਾ ਨੇ ਜਾਪਾਨ 'ਤੇ ਬੰਬ ਸੁੱਟੇ, ਵੀ ਮੈਕਸੀਮਮ ਡੈਮੇਜ, ਵੀ ਇੱਕ ਵਾਰੀ ਬੰਬ ਸੁੱਟੋ 1.5-2 ਲੱਖ ਬੰਦਾ ਮਾਰ ਦਿਓ, ਹੈ ਨਾ। ਸੋ ਉਦੋਂ ਇਹ ਸਬਜੈਕਟ ਮੈਥਮੈਟੀਸ਼ੀਅਨਾਂ ਦੇ ਧਿਆਨ 'ਚ ਆਇਆ ਵੀ ਸਾਨੂੰ ਇੱਕ ਇੱਦਾਂ ਦੀ ਥਿਓਰੀ ਦੀ ਲੋੜ ਹੈਗੀ ਹੈ ਜਿਹੜੀ ਸਾਡੇ ਰਿਸੋਰਸਿਸ ਨੂੰ ਅਸੀਂ ਆਪਟੀਮਮ ਯੂਜ਼ ਕਰ ਸਕੀਏ, ਹੈ ਨਾ। ਤਾਂ 1941 ਦੇ ਵਿੱਚ ਰਸ਼ੀਅਨ ਮੈਥਮੈਟੀਸ਼ੀਅਨ ਕੰਟਰੋਵਿਚ ਉਹਨੇ ਇਹਦੀ ਫਾਰਮੂਲੇਸ਼ਨ ਕੀਤੀ ਸੀ। ਉਸ ਤੋਂ ਬਾਅਦ 1947 ਦੇ ਵਿੱਚ ਇੱਕ ਅਮਰੀਕਨ ਮੈਥਮੈਟੀਸ਼ੀਅਨ ਹੈ
ਉਹਨੇ ਇਹਦੀ ਜਿਹੜਾ ਫਸਟ ਟਾਈਮ ਸਿੰਪਲੈਕਸ ਮੈਥਡ ਲੱਭਿਆ। ਅਤੇ ਇਹਦੇ 'ਚ ਇੱਕ ਵਰਡ ਆਉਂਦਾ ਪ੍ਰੋਗਰਾਮ ਹੈ ਨਾ, ਪ੍ਰੋਗਰਾਮਿੰਗ ਕੀ ਹੁੰਦੀ ਹੈ? ਪ੍ਰੋਗਰਾਮ ਉਹੀ ਤੁਹਾਡਾ ਕੰਪਿਊਟਰ ਵਾਲਾ ਪ੍ਰੋਗਰਾਮ, ਉਹ ਵੀ ਉਹੀ ਸੇਮ ਪ੍ਰੋਗਰਾਮ ਹੈ। ਜੇ ਤੁਸੀਂ ਇਨਪੁੱਟ ਦਿੰਦੇ ਹੋ ਤਾਂ ਆਊਟਪੁੱਟ ਆ ਜਾਂਦੀ ਹੈ ਨਾ। ਜਿਵੇਂ ਮੰਨ ਲਓ ਤੁਸੀਂ ਕੈਲਕੂਲੇਟਰ 'ਤੇ 2+2 ਐਂਟਰ ਕੀਤਾ ਤਾਂ 2+2 ਸਿਸਟਮ ਨੇ ਕਾਊਂਟ ਕਰਤਾ ਵੀ 4 ਹੁੰਦੇ ਆ ਹੈ ਨਾ। ਐਕਸਲ ਸ਼ੀਟਸ ਦੇਖਦੇ ਹੋ ਕੰਪਿਊਟਰ 'ਤੇ, ਕਰਦੇ ਹੋ ਡਾਟਾ ਐਂਟਰ ਕਰਦੇ ਹੋ, ਥੱਲੇ ਟੋਟਲ ਆ ਜਾਂਦਾ। ਸੋ ਪ੍ਰੋਗਰਾਮ ਇੱਕ ਤਰ੍ਹਾਂ ਦਾ ਮਸ਼ੀਨ ਹੁੰਦੀ ਹੈ ਜਿੱਥੇ ਤੁਸੀਂ ਇਨਪੁੱਟ ਦਿੰਦੇ ਹੋ ਤਾਂ ਆਊਟਪੁੱਟ ਆ ਜਾਂਦੀ ਹੈ ਨਾ। ਜਿਵੇਂ ਹੁਣ ਦਰਬਾਰ ਸਾਹਿਬ ਅੰਮ੍ਰਿਤਸਰ ਦੇਖਿਓ ਵੀ ਆਟਾ ਪਾਉਂਦੇ ਉਹਦੇ ਵਿੱਚ ਤਾਂ ਫੁਲਕੇ ਬਾਹਰ ਆ ਜਾਂਦੇ ਆ ਨਾ, ਤਾਂ ਉਹਦਾ ਸਾਰਾ ਮੈਕੈਨਿਜ਼ਮ ਨੂੰ ਪ੍ਰੋਗਰਾਮ ਕੀਤਾ ਹੋਇਆ। ਸੋ ਇੱਥੇ ਵੀ ਅਸੀਂ ਕਰਨਾ, ਸਾਡੀਆਂ ਕੁਝ ਪ੍ਰੋਬਲਮਸ ਹੈਗੀਆਂ, ਅਸੀਂ ਉਹਨਾਂ ਨੂੰ ਪ੍ਰੋਗਰਾਮ ਕਰਨਾ ਅਤੇ ਅਸੀਂ ਡਿਜ਼ਾਇਰਡ ਰਿਜ਼ਲਟ ਲੈਣੇ ਆ। ਸੋ ਇਹਨੂੰ ਸਮਝਣ ਵਾਸਤੇ, ਇਹਨੂੰ ਸਾਰੀ ਨੂੰ ਸਮਝਣ ਵਾਸਤੇ ਜਿਹੜਾ ਹੈਗਾ, ਮੈਂ ਇੱਕ ਐਗਜ਼ਾਮਪਲ ਚੱਕੀ ਹੈ। ਅਗਰ ਤੁਹਾਨੂੰ ਇਹ ਐਗਜ਼ਾਮਪਲ ਥਰੂ ਆਊਟ ਸਮਝ ਲੱਗ ਗਈ ਤਾਂ ਮੈਨੂੰ ਨਹੀਂ ਲੱਗਦਾ ਵੀ ਤੁਹਾਨੂੰ ਇਸ ਟੌਪਿਕ ਦੀ ਕੋਈ ਦਿੱਕਤ ਆਉਣੀ ਹੈ। ਤਾਂ ਇਹਦੇ ਵਿੱਚ ਅਸੀਂ ਕੀ ਕਰਦੇ ਹਾਂ, ਅਸੀਂ ਐਗਜ਼ਾਮਪਲ ਦੇ ਵਿੱਚ ਤੁਹਾਨੂੰ ਪਤਾ ਲੱਗ ਜੂਗਾ ਵੀ ਅਸੀਂ ਕਰਨਾ ਕੀ ਹੈ ਇਸ ਟੌਪਿਕ ਦੇ ਵਿੱਚ। ਵੈਸੇ ਜਿਹੜੀ ਆਪਟੀਮਾਈਜੇਸ਼ਨ ਥਿਊਰੀ ਹੈ ਬਹੁਤ ਬੜੀ ਹੈ, ਬਹੁਤ ਵਾਸਟ ਥਿਊਰੀ, ਆਪਰੇਸ਼ਨ ਸੱਚ ਵੀ ਕਹਿ ਦਿੰਦੇ ਹਨ ਉਹ ਨਾ, ਲੀਨੀਅਰ ਪ੍ਰੋਗਰਾਮਿੰਗ, ਨੌਨ ਲੀਨੀਅਰ ਪ੍ਰੋਗਰਾਮਿੰਗ। ਸੋ ਅਸੀਂ ਜਸਟ ਇੱਕ ਛੋਟੀ ਜਿਹੀ ਇੱਕ ਬੇਸਿਕ ਪ੍ਰੋਬਲਮ ਤੋਂ ਇਹਨੂੰ ਸਟੱਡੀ ਕਰਨਾ ਸ਼ੁਰੂ ਕਰਦੇ ਹਾਂ ਵੀ ਇਹ ਹੈ ਕੀ ਅਸਲ ਵਿੱਚ। ਸੋ ਸਭ ਤੋਂ ਪਹਿਲਾਂ ਵੀ ਇੱਕ ਫਰਨੀਚਰ ਡੀਲਰ ਆ ਹੈ ਨਾ, ਐਗਜ਼ਾਮਪਲ ਲੈ ਰਹੇ ਹਾਂ ਤੁਹਾਡੀ ਸਕਰੀਨ ਦੇ ਉੱਤੇ ਵੀ ਇਹ ਫਰਨੀਚਰ ਡੀਲਰ ਹੈ। ਡੀਲਸ ਓਨਲੀ ਇਨ 2 ਟਾਈਪਸ ਆਫ ਆਈਟਮਸ, 2 ਹੀ ਤਰ੍ਹਾਂ ਦੀਆਂ ਉਹ ਆਈਟਮ ਨਾਲ ਡੀਲ ਕਰਦਾ ਹੈ। ਮਨ ਕਿਹੜੀਆਂ ਨਾਲ ਡੀਲ ਕਰਦਾ? ਇੱਕ ਤਾਂ ਟੇਬਲ ਨਾਲ ਕਰਦਾ ਅਤੇ ਇੱਕ ਚੇਅਰ ਨਾਲ ਕਰਦਾ, ਠੀਕ ਹੈ ਜੀ। ਸੋ ਉਹਦੇ ਕੋਲ ਜਿਹੜਾ ਹੈ, ਹੀ ਹੈਜ਼ 50,000 rupees ਟੂ ਇਨਵੈਸਟ ਐਂਡ ਹੈਜ਼ ਏ ਸਟੋਰੇਜ ਸਪੇਸ ਆਫ 60 ਪੀਸਿਸ। ਉਹਦੇ ਕੋਲੇ, ਡੀਲਰ ਕੋਲੇ 2 ਉੱਤੇ ਰਿਸਟ੍ਰਿਕਸ਼ਨਸ ਹੈ। ਇੱਕ ਤਾਂ ਉਹਦੇ ਕੋਲੇ ਜਿਹੜੀ ਇਨਵੈਸਟਮੈਂਟ ਕਰਨ ਵਾਸਤੇ ਜਿਹੜੀ ਮਨੀ ਹੈ, ਇੱਕ ਮਿੰਟ ਜੀ, ਇਨਵੈਸਟਮੈਂਟ ਕਰਨ ਵਾਸਤੇ ਉਹਦੇ ਕੋਲ ਜਿਹੜੀ ਮਨੀ ਹੈ ਉਹ 50,000 ਹੈ ਸੀ, ਬਸ 50,000 ਹੀ ਹੈ। ਉਸ ਤੋਂ ਬਾਅਦ ਸੈਕਿੰਡ ਉਹਦੇ ਕੋਲ ਜਿਹੜੀ ਸ਼ਾਰਟੇਜ ਹੈ ਉਹ ਸਪੇਸ ਦੀ ਹੈ ਨਾ। ਸਪੇਸ ਹੈ ਜਿਹੜੀ ਉਹਦੇ ਕੋਲੇ ਸਿਰਫ ਉਹਦੇ ਕੋਲੇ 60 ਯੂਨਿਟਸ ਦੀ ਹੈ। ਤਾਂ 50,000 ਉਹ ਇਨਵੈਸਟ ਕਰ ਸਕਦਾ ਹੈ, 60 ਪੀਸ ਉਹਦੇ ਕੋਲ ਰੱਖ ਸਕਦਾ, ਸਪੇਸ ਤੋਂ ਜ਼ਿਆਦਾ ਨਹੀਂ ਰੱਖ ਸਕਦਾ, ਕਿਉਂਕਿ ਉਹ 2 ਹੀ ਚੀਜ਼ਾਂ ਦੇ ਵਿੱਚ ਕਰਦਾ, ਡੀਲ ਕਰਦਾ, ਇੱਕ ਟੇਬਲ ਅਤੇ ਇੱਕ ਚੇਅਰ ਦੇ ਵਿੱਚ। ਤਾਂ ਜਿਹੜੀ ਟੇਬਲ, ਇੱਦਾਂ ਲਿਖ ਲਓ, ਮਤਲਬ ਟੇਬਲ ਦੀ ਜਿਹੜੀ ਉਹਨੂੰ ਕੋਸਟ ਪੈ ਰਹੀ ਹੈ, ਟੇਬਲ ਦੀ ਕੋਸਟ ਉਹਨੂੰ ਪੈ ਰਹੀ ਹੈ ਜੀ। ਇੱਕ ਟੇਬਲ ਲੈ ਲਓ, ਮੈਂ ਛੋਟਾ ਲਿਖ ਦਿੰਦਾ, ਇੱਕ ਟੇਬਲ ਆ ਉਹਦੇ ਕੋਲ, ਇੱਕ ਉਹਦੇ ਕੋਲ ਚੇਅਰ ਹੈ। ਸੋ ਕੋਸਟ ਜਿਹੜੀ ਟੇਬਲ ਦੀ ਉਹਨੂੰ ਦਿੱਤੀ ਹੋਈ ਹੈ ਜੀ, ਇਹ ਟੇਬਲ ਕੋਸਟ ਰੁਪੀਜ਼ 2500। ਸੋ ਬਈ ਉਹਨੂੰ ਟੇਬਲ ਹੈ ਜਿਹੜਾ ਉਹ 2500 ਰੁਪਏ ਦਾ ਪੈ ਰਿਹਾ, ਅਤੇ ਜਿਹੜੀ ਚੇਅਰ ਆ ਉਹਨੂੰ 500 ਦੀ, ਚੇਅਰ ਉਹਨੂੰ 500 ਦੀ। ਓਕੇ, ਡਨ। ਉਸ ਤੋਂ ਬਾਅਦ ਨਾਲ ਉਹਨੇ ਕੀ ਲਿਖਿਆ, ਐਂਡ ਹੀ ਐਸਟੀਮੇਟਸ ਫਰੋਮ ਦਾ ਸੇਲ ਆਫ 1 ਟੇਬਲ ਹੀ ਕੈਨ ਮੇਕ ਪ੍ਰੋਫਿਟ ਆਫ ਰੁਪੀਜ਼ 250। ਉਹ ਕਹਿੰਦਾ ਵੀ ਜੇ ਕੌਂਸਟੈਂਟ ਪ੍ਰਾਈਸ 'ਤੇ ਹਰੇਕ ਟੇਬਲ ਵੇਚਦਾ 250 ਦਾ, ਅਤੇ ਉਹਨੂੰ ਜਿਹੜਾ ਪ੍ਰੋਫਿਟ ਹੁੰਦਾ ਉਹ 2500 ਦਾ ਵੇਚਦਾ ਤਾਂ ਉਹਨੂੰ 250 ਰੁਪਈਆ ਪ੍ਰੋਫਿਟ ਹੁੰਦਾ। ਅਤੇ ਚੇਅਰ ਤੋਂ ਉਹਨੂੰ ਕਿੰਨਾ ਪ੍ਰੋਫਿਟ ਹੁੰਦਾ? ਉਹਨੂੰ ਚੇਅਰ ਤੋਂ ਪ੍ਰੋਫਿਟ ਹੁੰਦਾ 75 ਰੁਪੀਜ਼ ਦਾ। ਓਕੇ, ਡਨ। ਉਹਨੂੰ ਕੋਸਟ ਮਿਲ ਗਈ, ਉਹਨੂੰ ਤੁਹਾਡਾ ਪ੍ਰੋਫਿਟ ਮਿਲ ਗਿਆ। ਸੋ ਹੁਣ ਉਹਦੀ ਪ੍ਰੋਬਲਮ ਕੀ ਹੈ? ਹੁਣ ਦੇਖੋ, ਪਹਿਲਾਂ ਤਾਂ ਉੱਤੇ ਰੈਸਟ੍ਰਿਕਸ਼ਨਸ ਲੱਗ ਗਈਆਂ। ਰੈਸਟ੍ਰਿਕਸ਼ਨ ਇਹ ਹੈ ਵੀ ਉਹਦੇ ਕੋਲ 50,000 ਰੁਪਈਆ ਬਸ, ਅਤੇ 60 ਆਈਟਮ ਰੱਖਣ ਜਾਂ 60 ਯੂਨਿਟ ਰੱਖਣ ਵਾਸਤੇ ਉਹਦੇ ਕੋਲ ਸਪੇਸ ਹੈ। ਤਾਂ ਟੇਬਲ ਅਤੇ ਚੇਅਰ ਵਿੱਚ ਡੀਲ ਕਰਦਾ। ਟੇਬਲ ਉਹ 2500 ਰੁਪਏ ਦਾ ਇੱਕ ਲਿਆਉਂਦਾ ਅਤੇ 250 ਰੁਪਏ ਉਹਨੂੰ ਮੁਨਾਫਾ ਮਿਲ ਜਾਂਦਾ। ਚੇਅਰ ਇੱਕ 500 ਰੁਪਏ ਦੀ ਲਿਆਉਂਦਾ, 75 ਰੁਪੀਜ਼ ਉਹਨੂੰ ਮੁਨਾਫਾ ਮਿਲ ਜਾਂਦਾ। ਐਂਡ ਹੀ ਵਾਂਟਸ ਟੂ ਨੋ ਹਾਊ ਮੈਨੀ ਟੇਬਲਸ ਐਂਡ ਚੇਅਰਸ he should buy from the available money so as to maximize his total profit, assuming that he can sell all the items। ਇਹ ਅਜ਼ੂਮ ਕਰ ਲਿਆ ਵੀ ਜੋ ਖਰੀਦੂਗਾ ਵਿਕ ਜੂਗਾ ਉਹ, ਠੀਕ ਹੈ। ਵੈਸੇ ਹੁੰਦਾ ਨਹੀਂ, ਜੋ ਖਰੀਦਦੇ ਹੋ, ਜੋ ਬਣਾਉਣੇ ਹੋ ਵਿਕਦਾ ਨਹੀਂ। JB ਸਹੀ ਦਾ ਲਾਫ ਫਲੋਪ ਹੋ ਗਿਆ ਸੀ। ਚਲੋ, ਇੱਕ ਅਲੱਗਾ ਇਸ਼ੂ ਹੈ ਇਹ। ਫਿਲਹਾਲ ਕੋਸਟ ਹੈ ਜਿਹੜੀ ਇੱਕ ਟੇਬਲ ਦੀ 2500, ਪ੍ਰੋਫਿਟ 250, ਚੇਅਰ ਦੀ ਕੋਸਟ 500, ਪ੍ਰੋਫਿਟ 75। ਸੋ ਹੁਣ ਉਹਦੇ ਅੱਗੇ ਜਿਹੜਾ ਡਾਇਲਮਾ ਹੈ ਵੀ ਮੈਂ ਕਿਵੇਂ ਕਰਾਂ ਵੀ, ਦੱਸੋ ਮੈਨੂੰ, ਦੱਸੋ ਵੀ ਇਸ ਚੀਜ਼ ਨੂੰ। He wants to know how many tables and chairs he should buy from the available money so as to maximize his total profit। ਪਹਿਲਾਂ ਤਾਂ ਜੇ ਤੁਸੀਂ ਪਹਿਲੀ ਨਜ਼ਰ ਦੇ ਵਿੱਚ ਦੇਖੋਗੇ, ਤੁਸੀਂ ਕਹਣਾ ਇਹਦੇ ਵਿੱਚ ਕਿਹੜੀ ਔਖੀ ਗੱਲ ਹੈ ਜੀ। ਤੁਸੀਂ ਸਿੰਪਲ ਪ੍ਰੋਫਿਟ ਬਈ ਜ਼ਿਆਦਾ ਆਪਾਂ ਨੂੰ ਇਹਦੇ ਤੋਂ ਆ, ਟੇਬਲ ਤੋਂ ਆ,
ਤਾਂ ਤੁਸੀਂ ਵੀ ਟੇਬਲ ਲਿਆਓ, 250 ਰੁਪਈਆ ਬਚਣਾ ਇੱਕ। ਚਲੋ ਠੀਕ ਹੈ ਜੀ, ਮੰਨ ਲੈਂਦੇ ਹਾਂ ਤੁਹਾਡੀ ਗੱਲ। ਸੋ ਆਪਾਂ ਓਨਲੀ ਟੇਬਲ ਬਾਈ ਕਰਦੇ ਹਾਂ, ਓਨਲੀ ਟੇਬਲ, ਹੈ ਨਾ। ਟੇਬਲ ਲਈ ਉਹਦੇ ਸਾਡੇ ਕੋਲ ਟੋਟਲ ਮਨੀ ਕਿੰਨੀ ਹੈ, 50,000 ਅਤੇ 2500 ਰੁਪਏ ਦਾ ਇੱਕ ਟੇਬਲ ਆ ਗਿਆ। ਠੀਕ ਹੈ, ਕਿੰਨੇ ਟੇਬਲ ਖਰੀਦੇਗਾ ਫਿਰ ਉਹ ਖਰੀਦੇਗਾ ਜੀ 20 ਟੇਬਲ। ਠੀਕ ਹੈ, ਹੁਣ ਇੱਕ ਪਰ 20 ਟੇਬਲ ਸੀ ਤਾਂ ਉਹਨੂੰ ਪ੍ਰੋਫਿਟ ਕਿੰਨਾ ਹੋਇਆ ਫਿਰ, ਹੈ ਨਾ। ਪ੍ਰੋਫਿਟ ਦੱਸੋ ਉਹਨੂੰ ਜੀ। ਪ੍ਰੋਫਿਟ ਹੋ ਗਿਆ ਜੀ ਉਹਨੂੰ 20 × 250 ਮੀਨਸ 5000। ਪਰ ਇਹ 'ਚ ਇੱਕ ਪ੍ਰੋਬਲਮ ਆ ਗਈ ਬੇਟਾ ਜੀ। ਪ੍ਰੋਬਲਮ ਕੀ ਆ ਗਈ ਵੀ ਚਲੋ ਮੰਨ ਲਿਆ ਤੁਹਾਡੇ ਆਖੇ ਲੱਗ ਗਿਆ ਵੀ ਉਹਨੇ ਟੇਬਲ ਖਰੀਦ ਲਏ, ਪਰ ਉਹਦੀ ਕੈਪੈਸਿਟੀ ਤਾਂ ਜਿਹੜੀ ਸੀ ਉਹ ਫੁੱਲੀ ਯੂਟੀਲਾਈਜ਼ ਹੋਈ ਹੀ ਨਹੀਂ। ਅਫਕੋਰਸ 50,000 ਉਹਦਾ ਯੂਟੀਲਾਈਜ਼ ਹੋ ਗਿਆ, ਪਰ ਉਹਦੇ ਕੋਲ ਸਪੇਸ ਤਾਂ ਹਜੇ 60 ਯੂਨਿਟਸ ਦੀ ਸੀ, ਤਾਂ ਤੁਸੀਂ ਸਿਰਫ 20 ਯੂਜ਼ ਕੀਤੀ ਹੈ। ਨਹੀਂ ਬਈ, ਇਹ ਗਲਤ ਹੈ ਨਾ। ਉਹਦੇ ਜਿਹੜੀ ਰਿਸੋਰਸਿਸ ਦਾ ਆਪਟੀਮਮ ਯੂਜ਼ ਨਹੀਂ ਹੋ ਰਿਹਾ। ਫਿਰ ਉਹ ਕਹਿੰਦਾ ਚਲੋ ਇਉਂ ਕਰਦੇ ਹਾਂ, ਆਪਾਂ ਓਨਲੀ ਟੇਬਲ ਲੈ ਲੈਂਦੇ ਹਾਂ, ਦੇਖੀ ਜਾਓ। ਫਿਰ ਹੁਣ ਸਿਚੁਏਸ਼ਨ ਫੇਰ ਉਹ ਹੈ ਵੀ 50,000 ਰੁਪਏ ਸੀ, ਇੱਕ ਟੇਬਲ ਆਉਣਾ ਸੀਗਾ 500 ਦਾ, ਅਤੇ ਆ ਕੈਂਸਲ ਹੋ ਗਈ। ਇਹਦਾ ਮਤਲਬ 100 ਟੇਬਲ ਲੈ ਸਕਦਾ। ਵਾਹ ਜੀ ਵਾਹ। ਪਰ ਉਹਦੇ 'ਤੇ ਰਿਸਟ੍ਰਿਕਸ਼ਨ ਰੱਖੂਗਾ ਕਿੱਥੇ, ਸਪੇਸ ਤਾਂ ਬਈ ਉਹਦੇ ਕੋਲ 60 ਦੀ ਹੈ ਸਾਰੀ। ਸੋ ਇਹਦਾ ਮਤਲਬ ਕੀ ਹੈ ਵੀ ਉਹ 100 ਨਹੀਂ ਲਊਗਾ, ਉਹ ਸਿਰਫ 60 ਲਊਗਾ। ਅਤੇ ਜਦੋਂ ਉਹ 60 ਲਊਗਾ ਤਾਂ ਉਹਨੂੰ ਹੁਣ ਹਰੇਕ ਉਹਨੂੰ ਟੇਬਲ ਤੋਂ ਪ੍ਰੋਫਿਟ ਕਿੰਨਾ ਹੋਣਾ ਸੀ, 75 ਰੁਪੀਜ਼। ਸੋ ਉਹਦਾ ਪ੍ਰੋਫਿਟ ਕਿੰਨਾ ਹੋ ਗਿਆ ਇਸ ਵਾਰ, ਉਹਦਾ ਪ੍ਰੋਫਿਟ ਜਿਹੜਾ ਹੋ ਗਿਆ ਇਹਨੂੰ ਕੈਲਕੂਲੇਟ ਕਰੋ, 16 × 75 ਦੈਟ ਵਿਲ ਬੀ 4500। ਓਕੇ, ਪਰ ਹੁਣ ਅੱਗੇ 'ਚ ਫਿਰ ਪ੍ਰੋਬਲਮ ਆ ਗਈ, ਕਿਉਂਕਿ ਹੁਣ ਉਹਨੇ ਲੈ ਤਾਂ ਸਕਦਾ ਸੀ ਉਹ 50,000 100 ਤਾਂ, ਪਰ ਉਹ ਸਪੇਸ ਤਾਂ ਉਹਨੇ ਯੂਟੀਲਾਈਜ਼ ਕਰ ਲਈ, ਪਰ ਉਹਦੇ ਫੰਡ ਨਹੀਂ ਪ੍ਰੋਪਰਲੀ ਯੂਟੀਲਾਈਜ਼ ਹੋ ਸਕੇ, ਕਿਉਂਕਿ ਲੈਣੇ ਬਣਦੇ ਸੀ 50,000 ਦੇ ਵਿੱਚ 100 ਲੈਣੇ ਉਹਨੂੰ ਮਜਬੂਰੀ 'ਚ ਸਿਰਫ 60 ਪਏ, 40 ਦੇ ਤਾਂ ਹਜੇ ਵੀ ਪੈਸੇ ਉਹਦੇ ਕੋਲੇ ਰਹਿ ਗਏ। ਸੋ ਇਸ ਸਿਚੁਏਸ਼ਨ ਦੇ ਵਿੱਚ, ਪਹਿਲੀ ਸਿਚੁਏਸ਼ਨ ਦੇ ਵਿੱਚ ਉਹਦੇ ਫੰਡ ਯੂਟੀਲਾਈਜ਼ ਹੋ ਗਏ ਸੀ, ਬਟ ਉਹਦੇ ਕੋਲੇ ਸਪੇਸ ਫਾਲਤੂ ਹੋ ਗਈ ਸੀ। ਹੁਣ ਦੂਜੀ ਸਿਚੁਏਸ਼ਨ ਦੇ ਵਿੱਚ ਉਹਦੀ ਸਪੇਸ ਤਾਂ ਯੂਟੀਲਾਈਜ਼ ਹੋ ਗਈ ਹੈ, ਬਟ ਉਹਦੇ ਫੰਡ ਫਾਲਤੂ ਹੋ ਗਏ ਹੈ। ਸੋ ਦੈਟ ਇਜ਼ ਦਾ ਪ੍ਰੋਬਲਮ। ਇਹੀ ਪ੍ਰੋਬਲਮ ਹੈ ਜਿਹੜੀ ਅਸੀਂ ਡਿਸਕਸ ਕਰਨੀ ਹੈ ਵੀ ਇਸ ਪ੍ਰੋਬਲਮ ਨੂੰ ਸੌਰਟ ਆਊਟ ਕੀਤਾ ਕਿਵੇਂ ਜਾਵੇ। ਸੋ ਹਾਊ ਸ਼ੁੱਡ ਹੀ ਇਨਵੈਸਟ ਹਿਜ਼ ਮਨੀ ਟੂ ਆਰਡਰ ਟੂ ਗੈਟ ਦਾ ਮੈਕਸੀਮਮ ਪ੍ਰੋਫਿਟ। ਕਿਹੜਾ, ਇਹਦਾ ਮਤਲਬ ਉਹਨੂੰ ਕੰਬੀਨੇਸ਼ਨ 'ਚ ਲੈਣੇ ਪੈਣਗੇ, ਪਰ ਕਿਹੜਾ ਕੰਬੀਨੇਸ਼ਨ, ਕਿਵੇਂ ਡਿਸਾਈਡ ਕਰਾਂਗੇ, ਹੈ ਨਾ। ਸੋ ਇਸੇ ਚੀਜ਼ ਨੂੰ ਅਸੀਂ ਜਦੋਂ ਮੈਥਮੈਟੀਕਲ ਫਾਰਮੂਲੇਸ਼ਨ 'ਚ ਲੈ ਕੇ ਆਉਂਦੇ ਹਾਂ, ਹੈ ਨਾ। ਉਸ ਮੈਥਮੈਟੀਕਲ ਫਾਰਮੂਲੇਸ਼ਨ ਲਿਆਓ ਵੀ ਦੇਖਦੇ ਹਾਂ ਵੀ ਸਪੋਜ਼ ਕਰ ਲਓ ਲੈਟ x ਬੀ ਦਾ ਨੰਬਰ ਆਫ ਟੇਬਲਸ ਐਂਡ y ਬੀ ਦਾ ਨੰਬਰ ਆਫ ਚੇਅਰਸ, ਹੈ ਨਾ। ਸੋ ਸਾਨੂੰ ਪਹਿਲਾਂ ਕੀ ਦਿੱਤਾ ਹੋਇਆ, ਦੋਨੇ ਕੁਦਰਤੀ ਗੱਲ ਆ, ਜਦੋਂ ਤੁਸੀਂ ਲਾਓਗੇ ਉਹ ਨੈਗੇਟਿਵ ਚੇਅਰ ਤਾਂ ਲੈਣ ਹੋ ਰਹੇ ਨਾ। ਕੁਝ ਚੀਜ਼ਾਂ ਮੀਨਿੰਗਫੁੱਲੀ ਉਦੋਂ ਹੁੰਦੀਆਂ ਜਦੋਂ ਉਹ ਪੋਜ਼ੀਟਿਵ ਹੁੰਦੀਆਂ। ਸੋ ਜਿਨ੍ਹਾਂ 'ਚ ਨੈਗੇਟਿਵ ਚੀਜ਼ਾਂ ਦੇ ਕੋਈ ਮੁੱਲ ਨਹੀਂ ਹੁੰਦੇ ਹੈਗੇ। ਇਸੇ ਤਰ੍ਹਾਂ ਕੁਝ ਚੀਜ਼ਾਂ ਇੰਟੀਗਰਲੀ ਜਦੋਂ ਹੁੰਦੀਆਂ, ਇੰਟੀਜ਼ਰ ਵੈਲਿਊਜ਼ 'ਚ ਹੁੰਦੀਆਂ, ਉਦੋਂ ਮੀਨਿੰਗਫੁੱਲ ਹੁੰਦੀਆਂ। ਸੋ ਉਹਨੂੰ ਕਿਸੇ ਤੁਸੀਂ ਦੁਕਾਨਦਾਰ ਨੂੰ ਜਾ ਕੇ ਇੱਦਾਂ ਤਾਂ ਨਹੀਂ ਕਹਿ ਸਕਦੇ ਨਾ ਵੀ ਮੈਨੂੰ -2 ਕਿਲੋ ਖੰਡ ਤੋਲ ਦਿਓ, ਹੈ ਨਾ, ਤਾਂ ਤੁਹਾਡੇ ਸਿਰ 'ਚ ਮਾਰੂਗਾ ਚੱਕ ਕੇ ਕੁਛ। ਚਲੋ ਲੀਵ ਇਟ। ਸੋ ਇੱਥੇ ਕੀ ਹੈ ਵੀ ਟੇਬਲ ਅਤੇ ਚੇਅਰ ਕੁਛ ਤਾਂ ਖਰੀਦੂਗਾ ਹੀ ਨਾ। ਸੋ x ਬਿਗਰ ਦੈਨ 0, y ਬਿਗਰ ਦੈਨ 0 ਨਾ। ਸੋ x ਐਂਡ y ਸ਼ੁੱਡ ਬੀ ਨੋਨ ਨੈਗੇਟਿਵ। ਇਹਨੂੰ ਬੋਲਦੇ ਨੋਨ ਨੈਗੇਟਿਵਿਟੀ ਕੰਡੀਸ਼ਨਸ ਜਾਂ ਨੋਨ ਨੈਗੇਟਿਵ ਕੰਸੈਂਟਰੇਟਸ। ਹੁਣ ਇਹ 'ਚ ਦੋ ਗੱਲਾਂ ਸੀ, ਉਹਦੇ 'ਚ ਦੋ ਓਵਰਰਾਈਡਿੰਗ ਕੰਡੀਸ਼ਨ ਸੀਗੀਆਂ, ਹੈ ਨਾ। ਕਿਹੜੀਆਂ ਸੀਗੀਆਂ, ਇੱਕ ਤਾਂ ਇਨਵੈਸਟਮੈਂਟ ਦੀ ਸੀਗੀ। ਸੋ ਇਨਵੈਸਟਮੈਂਟ ਕੀ ਸੀਗੀ, ਉਹ ਅਗਰ ਉਹ 2500 ਰੁਪਏ ਦਾ ਇੱਕ ਟੇਬਲ ਲੈਂਦਾ ਅਤੇ 500 ਦੀ ਇੱਕ ਚੇਅਰ ਲੈਂਦਾ, ਤਾਂ ਦੋਨਾਂ ਦਾ ਸਮ ਸ਼ੁੱਡ ਬੀ ਲੈਸ ਦੈਨ ਇਕੁਅਲ ਟੂ 50,000, ਹੈ ਨਾ। ਤਾਂ ਇਹਨੂੰ ਅਸੀਂ ਆਪਾਂ ਸ਼ੋਰਟ ਟਰਮ ਦੇ ਵਿੱਚ ਕਰ ਲਿਆ, ਇੱਦਾਂ ਲਿਖ ਲਿਆ, ਹੈ ਨਾ। ਤਾਂ ਸਟੋਰੇਜ ਸੀਗੀ ਨੰਬਰ ਆਫ ਟੇਬਲਸ ਪਲੱਸ ਨੰਬਰ ਆਫ ਟੇਬਲਸ ਸ਼ੁੱਡ ਬੀ ਲੈਸ ਦੈਨ ਇਕੁਅਲ ਟੂ 60 ਤੋਂ ਉੱਤੇ ਜਾ ਹੀ ਨਹੀਂ ਸਕਦਾ। ਸੋ ਸਾਡਾ ਜਿਹੜੀ ਸਟੋਰੇਜ ਨਾਲ ਰਿਲੇਟਡ ਕੰਡੀਸ਼ਨ ਆ ਗਈ। ਤਾਂ ਹੁਣ ਜਿੰਨਾ ਵੀ ਇਹਦੇ ਇਸ ਚੀਜ਼ ਨੂੰ ਸਿਚੁਏਸ਼ਨ ਨੂੰ ਹੱਲ ਕਰਦੇ ਸਾਡੇ ਕੋਲ x y ਦੀਆਂ ਵੈਲਿਊਜ਼ ਆ ਗਈਆਂ, ਤਾਂ ਉਹਨੇ ਫਿਰ ਉਹਨੂੰ ਮੈਕਸੀਮਾਈਜ਼ ਕਰਨਾ ਸੀਗਾ। ਤਾਂ ਪ੍ਰੋਫਿਟ ਸੀਗਾ, ਇੱਕ ਟੇਬਲ ਤੋਂ ਕਿੰਨਾ ਪ੍ਰੋਫਿਟ ਹੋਣਾ ਸੀਗਾ 250 ਅਤੇ ਇੱਕ ਚੇਅਰ ਤੋਂ ਹੋਣਾ ਸੀ 75। ਸੋ ਆਹ ਸਾਡਾ ਫੰਕਸ਼ਨ ਬਣ ਗਿਆ, ਹੈ ਨਾ। ਸੋ ਦੇਖੋ ਇਹ ਪ੍ਰੋਬਲਮ ਮੈਕਸੀਮਾਈਜ਼ ਅਤੇ ਮਿਨੀਮਾਈਜ਼ ਦੀ ਵੀ ਹੋ ਸਕਦੀ ਹੈ, ਕਿਉਂਕਿ ਅਸੀਂ ਜਿਹੜੇ ਖਰਚੇ ਹੁੰਦੇ ਐਕਸਪੈਂਡੀਚਰਸ ਨੂੰ ਅਸੀਂ ਹਮੇਸ਼ਾ ਮਿਨੀਮਾਈਜ਼ ਕਰਦੇ ਹਾਂ, ਪ੍ਰੋਫਿਟ ਨੂੰ, ਕਾਸਟ ਨੂੰ ਅਸੀਂ ਹਮੇਸ਼ਾ ਮਿਨੀਮਾਈਜ਼ ਕਰਦੇ ਹਾਂ, ਪ੍ਰੋਫਿਟ ਨੂੰ ਅਸੀਂ ਹਮੇਸ਼ਾ ਮੈਕਸੀਮਾਈਜ਼ ਕਰਦੇ ਹਾਂ। ਸੋ ਸਿਚੁਏਸ਼ਨ ਟੂ ਸਿਚੁਏਸ਼ਨ ਡਿਪੈਂਡ ਹੋਊਗਾ। ਸੋ ਫਾਈਨਲੀ mathematically above problem can be written as this, like this, ਹੈ ਨਾ। ਸੋ this is called objective function। ਮਤਲਬ ਸਾਡਾ objective ਕੀ ਹੈ ਵੀ ਇਹਨੂੰ ਮੈਕਸੀਮਾਈਜ਼ ਕਰਨਾ ਹੈ, ਮਿਨੀਮਾਈਜ਼ ਕਰਨਾ ਹੈ, objective function, ਹੈ ਨਾ। ਸੋ objective
ਸੋ ਸਾਡਾ ਆਬਜੈਕਟਿਵ ਫੰਕਸ਼ਨ ਹੋ ਗਿਆ, ਜਸਟ ਅ ਮੂਮੈਂਟ ਜੀ, ਆਬਜੈਕਟਿਵ ਫੰਕਸ਼ਨ। ਤਾਂ ਉਸ ਤੋਂ ਬਾਅਦ ਆ 3 ਕੰਡੀਸ਼ਨ ਸੀ ਹੈ ਨਾ ਜੀ, ਇਹਨਾਂ ਨੂੰ ਬੋਲਦੇ ਨੋਨ ਐਕਟੀਵਿਟੀ ਕੰਡੀਸ਼ਨ ਸੀ, ਨੋਨ ਐਕਟੀਵਿਟੀ ਕੰਡੀਸ਼ਨਸ ਜਾਂ ਕੰਸਟ੍ਰੇਂਟਸ। ਆਹ ਤੁਹਾਡੇ ਸੀਗੇ ਜੀ। ਚਲੋ ਮੇਰੀ ਹੈਂਡ ਰਾਈਟਿੰਗ ਨਾਲ ਥੋੜ੍ਹਾ ਜਿਹਾ ਕੰਪਰੋਮਾਈਜ਼ ਕਰ ਲਿਓ। So the general LPP calls for optimizing, maximize or minimizing a linear function of variables called, so ਇੱਕ ਹੋਰ ਗੱਲ ਕੀਤੀ x and y ਜਿਹੜੇ ਵੇਰੀਏਬਲ ਹੁੰਦੇ ਆ ਨਾ, variables x and y are called, ਕੀ ਬੋਲਦੇ ਆ ਇਹਨਾਂ ਨੂੰ, decision variables। ਇਹਨਾਂ ਨੂੰ ਕੀ ਬੋਲਦੇ ਆ, ਡਿਸੀਜ਼ਨ ਵੇਰੀਏਬਲ। ਸੋ ਸਾਡੀ ਇਹ ਹੋ ਗਈ ਹੈ ਨਾ। ਸੋ ਉਸ ਤੋਂ ਬਾਅਦ ਦੋ ਇੱਕ ਗੱਲ ਹੋਰ ਬੜੀ ਇੰਪੋਰਟੈਂਟ ਹੈ ਤੁਹਾਡੀ, ਜਦੋਂ ਤੁਸੀਂ ਕਿਸੇ ਕੋਈ +2 ਤੋਂ ਬਾਅਦ ਕੰਪੀਟੀਸ਼ਨ ਲੜੋਗੇ ਜਿਹਦੇ ਵਿੱਚ LPP ਆਊਗੀ ਤਾਂ ਉੱਥੇ ਕੁਐਸਚਨ ਅਕਸਰ ਹੀ ਪੁੱਛ ਲੈਂਦਾ ਇਹਦੇ। ਸਾਡੀ ਸਭ ਤੋਂ ਪਹਿਲੀ ਗੱਲ ਤਾਂ ਇਹ ਵੀ ਕੀ ਹਰ ਇੱਕ ਪ੍ਰੋਬਲਮ ਨੂੰ ਮੈਥਮੈਟੀਕਲੀ ਫਾਰਮੂਲੇਟ ਕੀਤਾ ਜਾ ਸਕਦਾ, ਹਰ ਇੱਕ ਸਿਚੁਏਸ਼ਨ ਨੂੰ LPP ਬਣਾਇਆ ਜਾ ਸਕਦਾ? ਤਾਂ ਆਨਸਰ ਇਜ਼ ਨੈਗੇਟਿਵ, ਨਹੀਂ ਬਣਾਇਆ ਜਾ ਸਕਦਾ। ਸਾਨੂੰ ਉਹਦੇ ਲਈ ਕੁਝ ਐਜੰਪਸ਼ਨਸ ਲੈਣੀਆਂ ਪੈਣਗੀਆਂ। ਤਾਂ ਪੇਪਰ 'ਚ ਪੁੱਛ ਲੈਂਦਾ ਵੀ ਇਹਨਾਂ ਵਿੱਚੋਂ ਕਿਹੜੀ ਐਜੰਪਸ਼ਨ ਹੈ ਜਿਹੜੀ LPP ਦੀ ਨਹੀਂ ਹੈ ਜਾਂ ਹੈ। 4 ਆਪਸ਼ਨਾਂ ਦਿੱਤੀਆਂ ਹੋਣਗੀਆਂ। ਸੋ ਜਿਹੜੀਆਂ ਉਹਦੀਆਂ ਐਜੰਪਸ਼ਨਸ ਹੈਗੀਆਂ ਹੈ ਨਾ, ਸੋ ਜਿਨ੍ਹਾਂ ਨੇ ਮੈਥਮੈਟਿਕਸ ਇਕੱਲੇ ਐਗਜ਼ਾਮ ਲਈ ਪੜ੍ਹਨਾ, ਬਸ ਇੱਦਾਂ ਹੀ ਪੜ੍ਹ ਲਿਆ ਅਤੇ ਛੱਡਤਾ, ਉਹ ਇਹ ਮੇਰਾ ਲੈਕਚਰ ਦਾ ਪੋਰਸ਼ਨ ਛੱਡ ਦੇਣ। ਜਿਨ੍ਹਾਂ ਨੇ ਅੱਗੇ ਜਾ ਕੇ ਕਿਸੇ ਕੰਪੀਟੀਸ਼ਨ ਦੇ ਨਾਲ ਮੱਥਾ ਲਾਉਣਾ ਹੈ ਤਾਂ ਉਹ ਇੰਨਾ ਕੁ ਸੁਣ ਲੈਣ, ਠੀਕ ਹੈ। 2 ਟਰਮਸ ਇੱਦਾਂ ਦੀਆਂ ਮੈਂ ਕਰਵਾਊਂਗਾ ਜਿਹੜੀਆਂ ਤੁਹਾਡੇ ਇੱਥੇ NCERT ਦੇ ਬੁੱਕ ਵਿੱਚ ਜਾਂ ਤੁਹਾਨੂੰ ਕਿਸੇ ਵੀ 10+2 ਦੀ ਕਿਤਾਬ ਵਿੱਚ ਨਹੀਂ ਮਿਲਣਗੀਆਂ। ਸੋ ਸਭ ਤੋਂ ਐਜੰਪਸ਼ਨਸ ਇਨ LPP ਹੈ ਨਾ। ਕਿਹੜੀਆਂ ਐਜੰਪਸ਼ਨਸ ਹੈ? ਇੱਕ ਤਾਂ ਉਹ ਇਹ ਹੈ ਵੀ ਜਿਹੜਾ ਆਬਜੈਕਟਿਵ ਫੰਕਸ਼ਨ ਹੈ ਸ਼ੁੱਡ ਬੀ ਪ੍ਰਪੋਰਸ਼ਨੈਲਿਟੀ। ਇਹ ਮਤਲਬ ਪ੍ਰਾਇਮਰੀ ਰਿਕੁਆਇਰਮੈਂਟ ਕੀ ਹੈ ਵੀ ਜਿਹੜਾ ਤੁਹਾਡਾ ਆਬਜੈਕਟਿਵ ਫੰਕਸ਼ਨ ਹੈ ਉਹ ਕੀ ਹੋਣਾ ਚਾਹੀਦਾ, ਉਹ ਲੀਨੀਅਰ ਹੋਣਾ ਚਾਹੀਦਾ। ਮਤਲਬ ਇਹ ਉਹਦਾ ਜਿਹੜੀ ਟਾਈਪ ਆਬਜੈਕਟਿਵ ਫੰਕਸ਼ਨ ਦੀ ਇਸ ਟਾਈਪ ਦੀ ਹੋਣੀ ਚਾਹੀਦੀ ਹੈ। ਉਹਦੇ ਵਿੱਚ x² x³ ਵਰਗੀਆਂ ਟਰਮਸ ਜਾਂ ਇੱਦਾਂ ਦੀਆਂ ਟਰਮਸ ਵਿੱਚ ਉਹ ਨਹੀਂ ਹੋਣੀਆਂ ਚਾਹੀਦੀਆਂ। ਉਸ ਤੋਂ ਬਾਅਦ ਉਹਦੇ ਵਿੱਚ ਇੱਕ ਐਡੀਟਿਵਿਟੀ ਹੋਣੀ ਚਾਹੀਦੀ ਹੈ ਨਾ। ਐਡੀਟਿਵਿਟੀ ਦਾ ਮਤਲਬ ਕੀ ਹੁੰਦਾ ਹੈ ਨਾ, ਇੱਕ ਮਿੰਟ ਪੜ੍ਹੋ ਤੁਸੀਂ ਇੱਕ ਵਾਰ। ਐਡੀਟਿਵਿਟੀ ਮੀਨਸ ਇਫ ਇਟ ਟੇਕਸ P hours on machine G to make product A and Q hours to make product B। ਮਤਲਬ ਇੱਕ ਪ੍ਰੋਡਕਟ ਬਣਾਉਣ ਲਈ ਉਹ P hours ਲੈਂਦੀ ਹੈ, ਦੂਜੇ ਪ੍ਰੋਡਕਟ ਨੂੰ ਬਣਾਉਣ ਵਾਸਤੇ Q hours ਲੈਂਦੀ ਹੈ। ਜੇ ਦੋਨੇ ਬਣਾਉਣੇ ਆ ਤਾਂ P + Q hours ਲੈਣੇ ਆ ਹੈ ਨਾ। ਤੁਸੀਂ ਕਹੋਗੇ ਵੀ ਇਹ ਸਰ ਗੱਲ ਜੀ ਸਮਝ ਨਹੀਂ ਲੱਗੇ ਵੀ ਇਹ ਕਿਵੇਂ ਐਡੀਟਿਵਿਟੀ ਕਿਵੇਂ ਆ ਗਈ। ਮੈਂ ਤੁਹਾਨੂੰ ਸੌਖੀ ਐਗਜ਼ਾਮਪਲ ਨਾਲ ਦੱਸਦਾ। ਤੁਸੀਂ ਕੀ ਕਰੋ ਵੀ ਸਪੋਜ਼ ਕਰੋ ਵੀ ਇੱਕ ਬੰਦਾ ਮਿਲਕਮੈਨ ਆ, ਦੁੱਧੀ ਆ ਉਹ ਹੈ ਨਾ, ਉਹ ਪਿੰਡਾਂ ਦੇ ਵਿੱਚੋਂ ਇੱਕ ਘਰ ਤੋਂ ਦੁੱਧ ਲੈਂਦਾ, ਡਰਮ 'ਚ ਪਾ ਲੈਂਦਾ। ਸਪੋਜ਼ ਕਰੋ ਉਹਦੇ ਕੋਲ 2 ਡਰਮ ਆ, A ਡਰਮ B ਡਰਮ ਹੈ ਨਾ। A ਡਰਮ ਦੇ ਵਿੱਚ ਉਹਨੇ 50 ਲੀਟਰ ਦੁੱਧ ਪਾ ਲਿਆ, ਤਾਂ B ਡਰਮ ਦੇ ਵਿੱਚ ਉਹਨੇ 40 ਲੀਟਰ ਦੁੱਧ ਪਾ ਲਿਆ ਹੈ ਨਾ। A ਦੇ ਵਿੱਚ ਉਹਨੇ 50 ਪਾ ਲਿਆ, B ਦੇ ਵਿੱਚ ਉਹਨੇ 40 ਪਾ ਲਿਆ। ਸੋ ਅੱਗੇ ਜਾ ਕੇ ਉਹਨੇ ਕੀ ਕੀਤਾ ਵੀ ਇੱਦਾਂ ਕਰਦੇ ਹਾਂ ਵੀ ਇੱਕ ਵੱਡਾ ਡਰਮ ਹੋਰ ਸੀਗਾ, ਉਹਦੇ ਵਿੱਚ ਸੀ ਉਹ ਮੰਨ ਲਓ 150 ਲੀਟਰ ਦਾ ਸੀ, ਉਹਦੇ ਵਿੱਚ ਜਾ ਕੇ ਸਾਰਾ ਦੁੱਧ ਪਲਟਤਾ। ਹੁਣ ਦੱਸੋ ਕਿੰਨਾ ਹੋਊਗਾ ਉਹਦੇ ਵਿੱਚ? 90 ਲੀਟਰ ਹੀ ਹੋਊਗਾ ਨਾ। ਦਿਸ ਇਜ਼ ਐਡੀਟਿਵਿਟੀ। ਪਰ ਹੁਣ ਸੋਚੋ ਇੱਕ ਹੋਰ ਸਿਚੁਏਸ਼ਨ ਵੀ ਉਹਨੇ ਕੋਈ ਬੰਦਾ ਸੀ, ਉਹਨੇ ਇੱਕ ਡਰਮ ਦੇ ਵਿੱਚ 50 ਲੀਟਰ ਪਾਣੀ ਪਾ ਲਿਆ ਅਤੇ B ਡਰਮ ਦੇ ਵਿੱਚ ਉਹਨੇ 40 ਲੀਟਰ ਸਲਫਿਊਰਿਕ ਐਸਿਡ ਪਾ ਲਿਆ। ਠੀਕ ਹੈ ਜੀ, 2 ਕੈਮੀਕਲ ਅਲੱਗ-ਅਲੱਗ ਹੋ ਗਏ, ਇੱਕ ਪਾਣੀ ਹੈ, ਇੱਕ ਸਲਫਿਊਰਿਕ ਐਸਿਡ H2SO4। ਹੁਣ ਉਹਨੇ ਕੀ ਕੀਤਾ, ਇੱਕ ਤੀਜੇ ਡਰਮ ਦੇ ਵਿੱਚ ਜਾ ਕੇ ਪਾਤਾ। ਹੁਣ ਮੈਨੂੰ ਦੱਸੋ ਕਿ ਉਹਦੇ ਵਿੱਚ 90 ਲੀਟਰ ਲਿਕੁਇਡ ਹੋਊਗਾ? ਨਹੀਂ ਹੋਊਗਾ, ਕਿਉਂਕਿ ਰਿਐਕਟ ਕਰ ਜਾਂਦੇ ਆ, ਬਲਾਸਟ ਆਊਟ ਹੋ ਜਾਣਾ ਹੈ ਨਾ, ਸਾਰਾ ਕੁਝ ਉੱਡ ਜਾਣਾ, ਤਾਂ ਉਹਦੇ ਵਿੱਚ ਕੁਝ ਨਹੀਂ ਬਚਣਾ। ਸੋ ਇਹ ਐਡੀਟਿਵ ਨਹੀਂ ਰਿਹਾ। ਉਸ ਤੋਂ ਬਾਅਦ ਜਿਹੜੀ LPP ਦੀ ਤੀਸਰੀ ਪ੍ਰੋਪਰਟੀ ਹੈ ਦੈਟ ਇਜ਼ ਮਲਟੀਪਲਾਈਸਿਟੀ। ਮਲਟੀਪਲਾਈਸਿਟੀ ਇੱਥੇ ਤੁਸੀਂ ਪੜ੍ਹ ਲਿਓ, ਪਰ ਮੈਂ ਤੁਹਾਨੂੰ ਝਟਕੇ ਤਰੀਕੇ ਨਾਲ ਦੱਸ ਦਿੰਦਾ। ਤੁਸੀਂ ਨੋਟ ਕਰੋ ਵੀ ਤੁਸੀਂ ਅਗਰ ਈਜ਼ੀ ਡੇ 'ਚ ਜਾਂਦੇ ਹੋ, ਈਜ਼ੀ ਡੇ ਦੇ ਵਿੱਚ ਜਾਂਦੇ ਹੋ ਤਾਂ ਤੁਹਾਨੂੰ ਉੱਥੇ ਰੇਟ ਲਿਸਟ ਲੱਗੀ ਹੋਈ ਹੈ। ਪਿਆਜ਼ ਆ, ਸਪੋਜ਼ ਕਰੋ ਅੱਜ ਕੱਲ੍ਹ ਪਿਆਜ਼ ਬੜੇ ਮਹਿੰਗੇ ਆ, ਪਿਆਜ਼ ਦੀ ਰੇਟ ਆ ਉੱਥੇ ਲਿਖਿਆ ਵੀ 140 ਰੁਪੀਜ਼ 1 kg। ਤੁਸੀਂ ਉਹਨੂੰ ਕਹਿੰਦੇ ਹੋ ਵੀ 5 ਕਿਲੋ ਦੇ ਦਿਓ ਬਈ। ਤਾਂ ਜਦੋਂ 1 ਕਿਲੋ 40 ਰੁਪਏ ਦਾ, 5 ਕਿਲੋ 200 ਰੁਪਏ ਦੇ, ਉਹਨੇ ਬਿੱਲ ਕੱਟ ਕੇ ਤੁਹਾਡੇ ਹੱਥ 'ਚ ਫੜਾ ਦੇਣਾ।
ਠੀਕ ਹੈ, ਕਿਉਂਕਿ ਉਹਨਾਂ ਦਾ ਸੌਫਟਵੇਅਰ ਮਲਟੀਪਲਾਈਸਿਟੀ 'ਤੇ ਕੰਮ ਕਰਦਾ ਹੈ। ਪਰ ਹੁਣ ਤੁਸੀਂ ਜਾਓ ਸਬਜ਼ੀ ਮੰਡੀ 'ਚ ਰੇਹੜੀ ਵਾਲੇ ਨੂੰ ਕਹੋ ਵੀ ਹਾਂ ਵੀ ਪਿਆਜ਼ ਕੀ ਭਾਅ, ਉਹਨੇ ਕਹਿਣਾ ਜੀ 40 ਰੁਪਏ ਕਿਲੋ। ਜੇ ਬਈ 5 ਕਿਲੋ ਪਸੇਰੀ ਲਈ ਹੈ ਨਾ, 5 ਕਿਲੋ ਦੇ ਪਸੇਰੀ ਨੂੰ 5 ਕਿਲੋ ਕਹਿ ਦਿੰਦੇ ਹਨ, ਇੱਕ ਪਸੇਰੀ 'ਚ 5 ਕਿਲੋ ਵਜਨ ਹੁੰਦਾ ਵੀ ਮੈਂ ਤਾਂ ਜੀ ਪਸੇਰੀ ਲੈਣੇ। ਉਹਨੂੰ ਕਹਿਣਾ ਠੀਕ ਹੈ ਬਾਊ ਜੀ, ਉਹ ਤਾਂ 200 ਬਣਦਾ ਹੈ ਵੈਸੇ ਤਾਂ, ਅਤੇ ਤੁਸੀਂ ਆਮ ਕਰਿਓ 190 ਦੇ ਦਿਓ। ਤਾਂ ਤੁਸੀਂ ਕਹਿੰਦੇ ਹੋ ਵੀ ਹੋਰ ਬਾਰਗੇਨਿੰਗ ਕਰ ਦਿਓ, ਜੇ ਮੈਂ 10 ਕਿਲੋ ਲਵਾਂ ਫਿਰ ਕਿੰਨੇ ਲਏਗਾ? ਫਿਰ ਜੀ 180 ਰੁਪਏ ਦੇ ਹਿਸਾਬ ਨਾਲ ਤੁਸੀਂ ਦੇ 180 5 ਕਿਲੋ ਦੇ ਹਿਸਾਬ ਨਾਲ ਦੇ ਦਿਓ, 360 ਦੇ ਦਿਓ। ਸੋ ਮੈਂ ਕੀ ਕਹਿਣਾ ਚਾਹ ਰਿਹਾ, ਮੈਂ ਕਹਿਣਾ ਚਾਹ ਰਿਹਾ ਵੀ ਜਿਵੇਂ ਜਿਵੇਂ ਕੁਆਂਟਿਟੀ ਵੱਧ ਰਹੀ ਹੈ ਐਕਚੁਅਲ ਲਾਈਫ ਦੇ ਵਿੱਚ, ਤਾਂ ਉਵੇਂ ਉਵੇਂ ਉਹਦੀ ਪ੍ਰਾਈਸ ਵਿੱਚ ਡਿਫਰੈਂਸ ਆ ਰਿਹਾ, ਤਾਂ ਇਹ ਮਲਟੀਪਲਿਸਿਟੀ ਨਹੀਂ ਹੋਏਗੀ। ਠੀਕ ਹੈ ਨਾ, ਹੁਣ ਉਹਦਾ ਇਕੁਅਲੀ ਉਹ ਡਿਸਟਰੀਬਿਊਟ ਨਹੀਂ ਹੋਇਆ। ਤਾਂ ਸਾਨੂੰ ਇਹ ਕਹਿੰਦਾ ਵੀ ਜੇ ਤੁਸੀਂ ਲੀਨੀਅਰ ਪ੍ਰੋਗਰਾਮਿੰਗ ਕਰਨੀ ਹੈ ਤਾਂ ਉਹਦੇ ਵਿੱਚ ਇਹ ਮਲਟੀਪਲਿਸਿਟੀ ਵਾਲੀ ਪ੍ਰੋਪਰਟੀ ਹੋਣੀ ਚਾਹੀਦੀ ਹੈ। ਸੋ ਡਿਵਿਜ਼ੀਬਿਲਿਟੀ ਇਟ ਮੀਨਸ ਦੈਟ ਫ੍ਰੈਕਸ਼ਨਲ ਲੈਵਲਸ ਆਫ ਵੇਰੀਏਬਲਸ ਮਸਟ ਬੀ ਪਰਮਿਸਿਬਲ ਬਿਸਾਈਡਸ ਇੰਟੀਗਰਲ ਵੈਲਿਊਜ਼। ਸੋ ਉਹਦੀਆਂ ਫ੍ਰੈਕਸ਼ਨਲ ਪਾਰਟ ਨੂੰ ਵੀ ਉਹ ਕੰਸੀਡਰ ਕਰਦੀ ਹੋਵੇ, ਡਿਵਿਜ਼ੀਬਿਲਿਟੀ ਹੋਣੀ ਚਾਹੀਦੀ ਹੈ। ਅਤੇ ਡਿਟਰਮਿਨਿਸਟਿਕ, ਦੋ ਤਰ੍ਹਾਂ ਦੇ ਮਾਡਲ ਹੁੰਦੇ ਆ, ਪ੍ਰੋਬੈਬਿਲਿਸਟਿਕ ਅਤੇ ਡਿਟਰਮਿਨਿਸਟਿਕ। ਤਾਂ ਮਤਲਬ ਇਹਦੇ 'ਚ ਪ੍ਰੋਬੈਬਿਲਿਟੀ ਵਾਲਾ ਚਾਂਸ ਐਲੀਮੈਂਟ ਨਹੀਂ ਹੋਣਾ ਚਾਹੀਦਾ, ਜੋ ਵੀ ਹੈ ਸਪਸ਼ਟ ਹੈ, ਸਿੱਧਾ ਹੈ। ਠੀਕ ਹੈ, ਤਾਂ ਉਹਦੇ ਵਿੱਚ ਅੱਛਾ ਇਹ ਸੀ ਐਜੰਪਸ਼ਨਸ। ਜਦੋਂ ਇਹ ਐਜੰਪਸ਼ਨਸ ਪੂਰੀਆਂ ਹੋਣਗੀਆਂ ਤਾਂ ਅਸੀਂ LPP ਦੀ ਪ੍ਰੋਬਲਮ ਨੂੰ ਫਾਰਮੂਲੇਟ ਕਰ ਸਕਦੇ ਹਾਂ, ਅਸੀਂ ਉਹਦੇ ਫਰੇਮਵਰਕ 'ਚ ਉਹਨੂੰ ਲਿਜਾ ਸਕਦੇ ਹਾਂ, ਤਾਂ ਉਹਦੀਆਂ ਜਿਹੜੀਆਂ LPP ਦੀਆਂ ਟੈਕਨੀਕਸ ਉਹਦੇ 'ਤੇ ਲਗਾ ਸਕਦੇ ਹਾਂ, ਲੱਗਣਗੀਆਂ, ਆਨਸਰ ਕਾਰਗਰ ਆਊਗਾ। ਪਰ ਜਦੋਂ ਵੀ ਇੱਦਾਂ ਦੀਆਂ ਚੀਜ਼ਾਂ ਐਜੰਪਸ਼ਨਸ ਵਾਇਲੇਟ ਹੋਣਗੀਆਂ ਤਾਂ ਸਾਡੀ ਜਿਹੜੀ ਪ੍ਰੋਬਲਮ ਆ ਜਿਹੜੀ ਲਿਮਿਟੇਸ਼ਨਸ ਆ ਜਾਣਗੀਆਂ, ਉਹ ਪ੍ਰੋਪਰਲੀ ਕੰਮ ਨਹੀਂ ਕਰੂ। ਤਾਂ ਕਈ ਵਾਰ ਪੁੱਛ ਲੈਂਦਾ ਵਿੱਚ ਉਹਦਾ ਫਾਲੋਇੰਗ ਇਜ਼ ਏ ਲਿਮਿਟੇਸ਼ਨ of the LPP। तो आ लिमिटेशनस आ इन सम प्रॉब्लम ऑब्जेक्टिव फंक्शन कॉन्स्टेंट्स नॉन लीनियर। बई कई सिचुएशन ही इदां ਦੀਆਂ ਜਿੱਥੇ ऑब्जेक्टिव फंक्शन थोड़ा लीनियर ਹੁੰਦਾ ਹੀ ਨਹੀਂ ਹੈਗਾ, ਤਾਂ ਇਸ ਕਰਕੇ ਉਹਦੀ LPP ਨਹੀਂ ਬਣਾਈ ਜਾ ਸਕਦੀ। देयर इज़ नो गारंटी ऑफ गेटिंग इंटीग्रल वैल्यूड सोल्यूशन। की गारंटी है भी थोड़ा इंटीग्रल वैल्यू सोल्यूशन होगा? सपोज करो भी तुसीं एक प्रॉब्लम क्रिएट बना ली LPP ਜਿਹਦੇ ਵਿੱਚ ਪਰਸਨਸ ਲਾਉਣੇ ਸੀ। ਮੰਨ ਲਓ X ਵੇਰੀਏਬਲ ਸੀ ਤੁਹਾਡਾ ਬॉयज़ ਦਾ ਅਤੇ Y ਵੇਰੀਏਬਲ ਸੀ ਤੁਹਾਡਾ ਗਰਲਸ ਦਾ, ਅਤੇ ਉਹਨੇ ਸੋਲੂਸ਼ਨ ਦਿੱਤਾ ਵੀ X ਦੀ ਵੈਲਿਊ ਹੈ ਜੀ, ਤੁਸੀਂ ਇਉਂ ਕਰੋ X ਹੈ ਜਿਹੜੇ ਉਹ ਸਾਡੇ 3/2 ਬੰਦੇ ਲਾ ਦਿਓ, ਬॉयज़ ਅਤੇ ਗਰਲਸ ਹੈ ਜਿਹੜੀਆਂ 5/2 ਲਾ ਦਿਓ। ਹੁਣ ਦੱਸੋ ਬਈ ਜੇ ਕੋਈ ਚੀਜ਼ ਨੂੰ ਪੋਰਸ਼ਨ 'ਚ ਅਸੀਂ ਡਿਵਿਜ਼ੀਬਲ ਕਰ ਸਕਦੇ ਹੁੰਦੇ ਫਿਰ ਤਾਂ ਕਰ ਲੈਂਦੇ। ਹੁਣ 1.5 ਮੁੰਡਿਆਂ ਦਾ ਕੀ ਹਿਸਾਬ ਬਣਿਆ? ਹਿਊਮਨ ਬੀਇੰਗਸ ਡਿਵਿਜ਼ੀਬਲ ਨਹੀਂ ਹੁੰਦੇ, ਜਾਂ ਇੱਕ ਹੁੰਦਾ ਜਾਂ 2 ਹੁੰਦਾ ਜਾਂ 3 ਹੁੰਦੇ ਆ, ਜਾਂ 1.5 2 ਨਹੀਂ ਹੁੰਦੇ। ਇਸੇ ਤਰ੍ਹਾਂ ਵੱਡੀਆਂ ਮਸ਼ੀਨਾਂ, ਮੰਨ ਲਓ ਤੁਸੀਂ ਕੋਈ ਇੱਦਾਂ ਦੀ ਪ੍ਰੋਬਲਮ ਆ ਜਿਸ 'ਚ ਅਸੀਂ ਨੰਬਰ ਆਫ ਮਸ਼ੀਨਸ ਕਾਊਂਟ ਕਰਨੀਆਂ ਹੁੰਦੀਆਂ, ਤਾਂ ਤੁਹਾਡਾ ਸਿਸਟਮ ਤੁਹਾਨੂੰ ਕਾਊਂਟ ਕਰਕੇ ਕਹੀ ਜਾਂਦਾ ਵੀ 1.5 ਮਸ਼ੀਨਾਂ ਲਾ ਦਿਓ, 5.5 ਮਸ਼ੀਨਾਂ ਲਾ ਦਿਓ, ਵੀ ਹੁਣ ਅਸੀਂ ਮਸ਼ੀਨ ਵੱਢ ਕੇ ਥੋੜ੍ਹਾ ਨਾ ਲਾਉਣੀ ਹੈ। ਸੋ ਕੀ ਹੁੰਦਾ, ਹਾਲਾਂਕਿ ਇਸ ਚੀਜ਼ ਨੂੰ ਅਸੀਂ ਫਿਕਸ ਕਰ ਦਿੰਦੇ ਹਾਂ ਅੱਗੇ ਜਾ ਕੇ ਇੰਟੀਜਰ ਪ੍ਰੋਗਰਾਮਿੰਗ ਦੇ ਵਿੱਚ, ਪਰ ਕੀ ਹੁੰਦਾ ਵੀ ਕੋਈ ਗਰੰਟੀ ਨਹੀਂ ਹੈਗੀ ਵੀ ਹਰ ਵਾਰੀ ਜਿਹੜਾ ਆਪਟੀਮਲ ਸੋਲੂਸ਼ਨ ਤੁਹਾਨੂੰ ਮਿਲ ਜੂਗਾ। ਸੋ ਲੀਨੀਅਰ ਪ੍ਰੋਗਰਾਮਿੰਗ ਮਾਡਲਸ ਡੂ ਨਾਟ ਟੇਕ ਇਨਟੂ ਦ ਕੰਸੀਡਰੇਸ਼ਨ ਇਫੈਕਟ ਆਫ ਟਾਈਮ ਐਂਡ ਅਨਸਰਟੈਨਟੀ। ਸੋ ਉਹੀ ਅਨਸਰਟਨ ਦਾ ਇਫੈਕਟ ਜਿਹੜਾ ਉਹ ਨਹੀਂ ਹੁੰਦਾ, ਟਾਈਮ ਦਾ ਇਫੈਕਟ ਨਹੀਂ ਕੈਲਕੂਲੇਟ ਕਰਦਾ, ਹਾਲਾਂਕਿ ਰੀਅਲ ਲਾਈਫ ਦੇ ਵਿੱਚ ਇਹ ਚੀਜ਼ਾਂ ਮੈਟਰ ਕਰਦੀਆਂ। ਲਾਰਜ ਸਕੇਲ ਪ੍ਰੋਬਲਮਸ ਕੈਨ ਬੀ ਸੋਲਵਡ ਵਿਦ ਲੀਨੀਅਰ ਪ੍ਰੋਗਰਾਮਿੰਗ। ਜ਼ਿਆਦਾ ਵੇਰੀਏਬਲ ਆ ਜਾਂਦੇ ਆ, ਜ਼ਿਆਦਾ ਬੜੀਆਂ ਪ੍ਰੋਬਲਮਸ ਆ, ਤਾਂ ਉਹ ਈਵਨ ਕੰਪਿਊਟਰ ਵੀ ਹੱਥ ਖੜੇ ਕਰ ਜਾਂਦਾ। ਉਸ ਤੋਂ ਬਾਅਦ ਪੈਰਾਮੀਟਰਸ ਅਪੀਅਰਿੰਗ ਇਨ ਦਾ ਮਾਡਲ ਆਰ ਅਜ਼ਿਊਮਡ ਟੂ ਬੀ ਕੌਂਸਟੈਂਟ। ਅਸੀਂ ਜਿਹੜੇ ਪੈਰਾਮੀਟਰ ਲੈ ਕੇ ਚੱਲਦੇ ਹਾਂ ਕੌਂਸਟੈਂਟ ਆ, ਪਰ ਕਈ ਵਾਰ ਉਹਨਾਂ 'ਤੇ ਟਾਈਮ ਦਾ ਹੁੰਦਾ ਜਾਂ ਚਾਂਸ ਦਾ ਇਫੈਕਟ ਹੁੰਦਾ। ਤਾਂ ਉਸ ਤੋਂ ਬਾਅਦ ਆ ਵੀ ਸਾਡੀਆਂ ਜਿਹੜੀਆਂ ਪ੍ਰੋਬਲਮਸ ਹੈਗੀਆਂ, ਫਸਟ ਸੀਗੀ ਵੀ ਓਬਜੈਕਟਿਵ ਆ ਜਿਹੜਾ ਲੀਨੀਅਰ ਨਹੀਂ ਹੈਗਾ, ਇੱਕ ਆ ਵੀ ਸਾਡੇ ਕੋਲ ਮਲਟੀਪਲ ਓਬਜੈਕਟਿਵ ਹੁੰਦੇ ਆ। ਹਾਲਾਂਕਿ ਬਾਅਦ ਵਿੱਚ ਚੀਜ਼ਾਂ ਫਿੱਟ ਹੋ ਜਾਂਦੀਆਂ, ਜਿਵੇਂ ਗੋਲ ਪ੍ਰੋਗਰਾਮਿੰਗ, ਮਲਟੀ ਓਬਜੈਕਟ ਪ੍ਰੋਗਰਾਮਿੰਗ। ਲੀਨੀਅਰ ਪ੍ਰੋਗਰਾਮਿੰਗ 'ਚ ਇੱਦਾਂ ਦਾ ਨਹੀਂ ਹੁੰਦਾ ਹੈਗਾ। ਸੋ ਇਹ ਸੀ ਕੁਝ ਕੁ ਫੈਕਟਰ ਇੰਟਰਸਟਿੰਗ ਸੀ ਵੈਸੇ ਤੁਹਾਡੇ ਲਈ, ਇਹ ਪੜ੍ਹ ਲਿਓ, ਉਸ ਤੋਂ ਬਾਅਦ ਆ ਜਾਊਗਾ। ਜਦੋਂ ਤੁਹਾਡੇ ਕੋਲ ਆ ਗਿਆ ਹੁਣ ਇਹ ਲੀਨੀਅਰ ਪ੍ਰੋਗਰਾਮਿੰਗ ਪ੍ਰੋਬਲਮਸ ਨੂੰ ਬਹੁਤ ਸਾਰੇ ਮੈਥਡ ਆ, ਸਿੰਪਲੈਕਸ ਆ, ਡੂਅਲ ਸਿੰਪਲੈਕਸ ਆ। ਹਾਲਾਂਕਿ ਤੁਹਾਡੀ ਮੈਂ ਜੋ ਸ਼ਬਦ ਬੋਲ ਰਿਹਾ ਤੁਸੀਂ ਸੁਣੇ ਨਹੀਂ ਹੋਣੇ, ਤਾਂ ਅੱਗੇ ਜਾ ਕੇ ਸੁਣੋਗੇ ਜੇ ਤੁਸੀਂ ਮੈਥਮੈਟਿਕਸ ਨੂੰ ਐਜ ਏ ਸਬਜੈਕਟ ਅੱਗੇ ਪੜ੍ਹਦੇ ਹੋ ਹਾਇਰ ਕਲਾਸਿਸ ਦੇ ਵਿੱਚ। ਸੋ ਸਭ ਤੋਂ ਪਹਿਲਾਂ ਤਾਂ ਹੁਣ ਆ ਗਿਆ ਬਈ ਆਪਣਾ ਵਰਕਿੰਗ ਰੂਲ, ਹੈ ਨਾ। ਇਹਨੂੰ ਕਾਰਨਰ ਪੁਆਇੰਟ ਵੀ ਮੈਥਡ ਕਹਿ ਦਿੰਦੇ ਆ, ਜਾਂ ਗ੍ਰਾਫਿਕਲ ਸੋਲਿਊਸ਼ਨ ਆਫ 2 ਵੇਰੀਏਬਲ। ਗ੍ਰਾਫ ਤਾਂ 2 ਵੇਰੀਏਬਲ ਦੀ ਬਣਦਾ ਨਾ ਪਲੇਨ 'ਚ ਜਦੋਂ ਗੱਲ ਕਰਨੀ ਆ ਆਪਾਂ। ਸੋ ਇਹਨੂੰ ਕਰਨ ਵਾਸਤੇ ਵਰਕਿੰਗ ਰੂਲ ਨੂੰ ਮੈਂ ਸਟੈਪ ਵਾਈਜ਼ ਪੜ੍ਹੂੰਗਾ ਅਤੇ ਨਾਲ ਨਾਲ ਤੁਹਾਨੂੰ ਦੱਸੀ ਜਾਊਂਗਾ ਕੀ ਕਹਾਣੀ ਹੈ ਸਾਰੀ। ਸੋ ਇਹਦੇ ਲਈ ਮੈਂ ਜਿਹੜੀ ਆਪਣੀ ਜਿਹੜੀ ਉਹੀ ਪ੍ਰੋਬਲਮ ਸ਼ੁਰੂ ਦੇ ਵਿੱਚ ਲੈ ਕੇ ਚੱਲੇ ਸੀ, ਉਹ ਫਰਨੀਚਰ ਦੇ ਡੀਲਰ ਵਾਲੀ, ਉਹ ਆਹੀ ਸੀ ਵੀ ਮੈਕਸੀਮਾਈਜ਼ Z = 250x + 70y ਸਬਜੈਕਟ ਟੂ ਦਾ ਕੰਸਟ੍ਰੇਂਟਸ ਦਿਸ ਵਨ। ਅਤੇ ਇਹਨੂੰ ਆਪਾਂ ਸੋਲਵ ਕਰਨੇ ਹੈ ਨਾ। ਆਹ ਤਾਂ ਇਹਦਾ ਤਾਂ ਮਤਲਬ ਇਹ ਹੀ ਹੁੰਦਾ ਵੀ ਜਿਹੜਾ ਸੋਲਿਊਸ਼ਨ ਆ ਦੈਟ ਇਜ਼ ਇਨ ਫਸਟ ਕੁਆਡਰੈਂਟ, ਇਹ ਯਾਦ ਰੱਖਿਆ।
ਹਾਂਜੀ ਚਲੋ। ਤਾਂ ਉਹਦੇ ਵਿੱਚ ਸਟੈਪ 1 ਦੇ ਵਿੱਚ ਸਟੈਪ 1 ਦੇ ਵਿੱਚ ਉਹ ਕੀ ਕਹਿੰਦਾ, ਕੰਸੀਡਰ ਈਚ ਇਕੁਐਲਿਟੀ ਇਨਇਕੁਐਲਿਟੀ ਐਜ਼ ਇਕੁਏਸ਼ਨ, ਹੈ ਨਾ। ਜਿਹੜੇ ਕੰਸਨਟਰੇਟ ਦਿੱਤੇ ਹੋਏ ਆ ਉਹਨੂੰ ਤੁਸੀਂ ਕੀ ਕਰਨਾ, ਐਜ਼ ਏ ਇਕੁਏਸ਼ਨ ਮੰਨਣਾ। ਸੋ ਸਭ ਤੋਂ ਪਹਿਲਾਂ ਤਾਂ ਕੰਮ ਕੀ ਕਰਨਾ ਵੀ ਤੁਸੀਂ ਇਕੁਏਸ਼ਨ ਮੰਨ ਲਓ, ਹੈ ਨਾ। ਸੋ ਸਾਨੂੰ ਕੀ ਦਿੱਤੇ ਹੋਏ ਸੀਗੇ, ਸੋ ਸਾਨੂੰ ਆਹ ਦਿੱਤੇ ਹੋਏ ਸੀ, ਤੁਸੀਂ ਇੱਕ ਨੂੰ 5x + y = 100 ਕਹਿ ਦਿਓ। ਇੱਕ ਗੱਲ ਹੋਰ ਬੇਟਾ ਤੁਸੀਂ ਧਿਆਨ ਰੱਖਣੀ ਆ, ਜਦੋਂ ਇਕੁਐਲਿਟੀ ਹੁੰਦੀ ਹੈ ਨਾ, ਸਟੇਟ ਲਾਈਨ ਹੁੰਦੀ ਹੈ ਨਾ, ਜੋ ਮੰਨ ਲਓ ਇੱਕ ਯਾਦ ਰੱਖੋ ਵੀ ਜਦੋਂ ਮੈਂ ਇੱਥੋਂ ਰੇਜ਼ ਕਰ ਦੂੰਗਾ, ਇਸ ਜਗ੍ਹਾ 'ਤੇ ਲਿਖ ਦਿੰਦਾ, ਚਲੋ। ਜਦੋਂ ਸਟੇਟ ਲਾਈਨ ਦੀ ਇਕੁਏਸ਼ਨ ਹੈ ax + by = c, ਹੈ ਨਾ। ਸੋ ਕੋਈ ਵੀ ਮੰਨ ਲਓ ਲਾਈਨ ਆ ਤਾਂ ਉਹ ਇੱਦਾਂ ਦੀ ਹੈ, ਅਤੇ ਇਹਦਾ ਮਤਲਬ ਕੀ ਹੈ ਵੀ ਇਹਦੇ ਵਿੱਚੋਂ ਸਾਰੇ ਪੇਅਰਸ ਆ, ਉਹ ਸਾਰੀਆਂ ਲਾਈਨ ਦੇ ਉੱਪਰੋਂ ਸਾਰੇ ਪੁਆਇੰਟਸ ਹੈ ਵੀ ਜਦੋਂ ਜਿਨ੍ਹਾਂ ਦਾ ਸਮ ਇਹਨੂੰ ਸੈਟਿਸਫਾਈ ਕਰਦਾ, ਬਸ ਇੱਕੋ ਸਿੰਗਲ ਲਾਈਨ ਹੈ। ਬਟ ਜਦੋਂ ਸਿਚੁਏਸ਼ਨ ਇੱਦਾਂ ਦੀ ਹੋਵੇ ax + by <c ਜਾਂ ax + by <= c, ਦੋਨਾਂ ਦਾ ਫਰਕ ਹੈ ਨਾ। ਸੋ ਇਹਨੂੰ ਬੋਲਦੇ ਆ ਓਪਨ ਹਾਫ ਪਲੇਨ। ਇਹਨੂੰ ਬੋਲਦੇ ਆ, ਕਿਉਂਕਿ ਇਕੁਅਲ ਦਾ ਸਿੰਬਲ ਆ ਗਿਆ, ਕਲੋਜ਼ਡ ਹਾਫ ਪਲੇਨ, ਹੈ ਨਾ। ਸੋ ਸਿਚੁਏਸ਼ਨ ਇੱਦਾਂ ਦੀ ਹੁੰਦੀ ਹੈ, ਸਪੋਜ਼ ਕਰੋ ਵੀ ਅਗਰ ਤੁਹਾਨੂੰ ax + by = c ਦਿੱਤਾ, ਅਤੇ ਇਹਦਾ ਮਤਲਬ ਮੈਂ ਲਾਈਨ ਦੇ ਉੱਪਰ ਦੇ ਪੁਆਇੰਟ ਦੀ ਗੱਲ ਕਰ ਰਿਹਾ। ਪਰ ਜਦੋਂ ਮੈਂ ਮੰਨ ਲਓ ਸਪੋਜ਼ ਕਰੋ <= c ਹੈ, ਅਤੇ ਸਪੋਜ਼ ਕਰੋ ਵੀ ਇਹਨੂੰ 0 ਓਰੀਜਨ ਇਹਨੂੰ ਸੈਟਿਸਫਾਈ ਕਰਦਾ, ਤਾਂ ਫਿਰ ਮੇਰਾ ਨਾ ਇੱਧਰਲੇ ਪਾਸੇ ਵਾਲਾ ਇਹਨੂੰ ਸਾਰਾ ਸਪੇਸ ਹੈ ਨਾ 2 ਹਿੱਸਿਆਂ 'ਚ ਵੰਡੀ ਜਾਊਗੀ ਇੱਦਾਂ, ਠੀਕ ਹੈ। ਅਗਰ ਮੈਂ ਉੱਪਰਲੇ ਪੁਆਇੰਟ ਵੀ ਲੈ ਲੂੰਗਾ ਇਹਦੇ ਲਾਈਨ ਵਾਲੇ, ਇਹਦੇ ਉੱਪਰਲੇ ਲੈ ਲਿਆ, ਤਾਂ ਫਿਰ ਕਲੋਜ਼ਡ ਹਾਫ ਸਪੇਸ ਬਣ ਗਿਆ, ਠੀਕ ਹੈ। ਸੋ ਇਸ ਕਰਕੇ ਜਦੋਂ ਵੀ ਅਸੀਂ ਇੱਦਾਂ ਦਾ ਕੁਐਸਚਨ ਕਰਿਆ ਕਰਾਂਗੇ ਤਾਂ ਇਹ ਸਾਰਿਆਂ ਦਾ ਓਪਨ ਹਾਫ ਸਪੇਸ ਜਾਂ ਕਲੋਜ਼ਡ ਹਾਫ ਸਪੇਸ ਜੋ ਵੀ ਦਿੱਤਾ ਉਹਨਾਂ ਦਾ ਕਾਮਨ ਏਰੀਆ ਕੱਢਿਆ ਕਰਾਂਗੇ। ਸੋ ਇਹ ਫਰਕ ਸਮਝ ਲਿਓ, ਇਕੁਅਲ ਦਾ ਅਤੇ ਇਨਕੁਐਲਿਟੀ ਦਾ ਕੀ ਫਰਕ ਹੁੰਦਾ। ਸੋ ਕਿਉਂਕਿ ਬਾਊਂਡਰੀ ਲਾਈਨ ਤੱਕ ਸਟੇਟ ਲਾਈਨ ਹੀ ਹੈ ਨਾ, ਇਸ ਕਰਕੇ ਅਸੀਂ ਕੀ ਕਰਦੇ ਹਾਂ, ਇਹਨੂੰ ਇਕੁਐਲਿਟੀ ਦੇ ਵਿੱਚ ਸੋਲਵ ਕਰਦੇ ਹਾਂ। ਸੋ ਵਾਪਸ ਆਓ। ਸੋ ਸਭ ਤੋਂ ਪਹਿਲਾਂ ਤਾਂ ਕੀ ਕਰਨਾ, ਤੁਸੀਂ ਆਬਜੈਕਟਿਵ ਫੰਕਸ਼ਨ ਨਹੀਂ ਦੇਖਣ ਦੀ ਲੋੜ, ਮੈਕਸੀਮਮ ਹੈ ਕਿ ਮਿਨੀਮਮ ਹੈ। ਤੁਸੀਂ ਜਿਹੜੀ ਸਾਨੂੰ ਆਹ ਇਕੁਏਸ਼ਨ ਦਿੱਤੀ ਹੋਈ ਹੈ, ਕੰਸਟਰੇਂਟ ਦਿੱਤੇ ਹੋਏ ਆ, ਰਿਸਟ੍ਰਿਕਸ਼ਨਸ ਦਿੱਤੀਆਂ ਹੋਈਆਂ ਓਵਰਰਾਈਡਿੰਗ, ਇਹਨੂੰ ਤੁਸੀਂ ਇਕੁਐਲਿਟੀ 'ਚ ਲੈ ਆਓ, ਹੈ ਨਾ ਜੀ। ਸੋ 5x + y = 100। ਸੋ ਹੁਣ ਅਸੀਂ ਕੀ ਕਰਨਾ, ਸਭ ਤੋਂ ਪਹਿਲਾਂ ਇਹਨੂੰ ਪਲਾਟ ਕਰਨਾ ਅਸੀਂ। ਜਸਟ ਅ ਮੋਮੈਂਟ ਜੀ। ਸੋ ਪਹਿਲਾਂ ਤਾਂ ਆਪਾਂ ਨਾਲ ਕਰੀ ਚੱਲਾਂਗੇ ਗ੍ਰਾਫ 'ਤੇ, ਹੈ ਨਾ। ਕੰਸੀਡਰ a set of rectangular Cartesian axes OXY in the plane। ਸੋ ਮੈਂ ਕੀ ਕਰਦਾ, ਇੱਥੋਂ ਵੀ ਇਹਨੂੰ ਅਰੇਜ਼ ਕਰਦਾ, ਇੱਥੇ ਨਾ ਮੈਂ ਪਲੇਨ ਲੈ ਲੈਣਾ, ਕਿਉਂਕਿ ਮੈਂ ਫਸਟ ਲੈਣਾ ਆਹ ਵਾਲਾ ਲੈ ਲਿਆ। ਸੋ ਮੈਂ ਨੇੜੇ ਲਾ ਲੈਣਾ 1 2 3 4 5 6 7 8 9 10 11। ਉਹ ਐਕਸ ਐਕਸਿਸ ਹੈ, ਵਾਈ ਐਕਸਿਸ ਹੈ। ਹਮੇਸ਼ਾ ਯਾਦ ਰੱਖਿਓ ਫਿਜ਼ੀਬਲ ਰੀਜਨ ਫਸਟ ਕੁਆਡਰੈਂਟ ਦੇ ਵਿੱਚ ਹੀ ਹੁੰਦਾ, ਐਕਸ ਵਾਈ ਸੇ। 1 2 3 4 5 6 7 8 गड़बड़ होगी थोड़ा, चलो। जस्ट अ मोमेंट। देखो जी रफ बना लिया, बाद में मैं तुहानूं दसदा इहदा आपां की हल करना। सो सब तो पहला तो एक गल क्लीयर ही है भी सिंस
x is greater than equal to 0 and y is greater than equal to 0. Therefore our feasible reason will be in फर्स्ट क्वाड्रेंट। ठीक है जी, ये तुसीं लेना जरूर लिखनी है। जो मैं लिखा कंसिडर ए सैट ऑफ रैक्टेंगुलर कार्टीशियन एक्सिस ओ एक्स वाई, ओ इज अ रीजन एंड सिंस एक्स इज ग्रेटर देन इक्वल टू 0, वाई इज ग्रेटर देन इक्वल टू 0, देयरफॉर आवर फिजिबल रीजन विल बी इन फर्स्ट क्वाड्रेंट। ਹੁਣ ਇਹਦੇ 'ਚ ਕਈ ਟਰਮਸ ਆਈਆਂ। ਫਿजिबल ਰੀजन ਕੀ ਹੁੰਦਾ ਹੈ ਨਾ, ਇੰਟਰਸਟਿੰਗ, ਕੋਈ ਨਹੀਂ ਕਰਦੇ ਇਹ ਵੀ। ਸੋ ਸਭ ਤੋਂ ਪਹਿਲਾਂ ਤਾਂ ਇਹਨੂੰ ਆਪਾਂ ਲਿਖ ਲਿਆ ਸੀ now we draw the graph of the line, the graph of ਲਾਈਨ ਕਿਹੜੀ ਸੀ? ਮੈਂ ਤੁਹਾਨੂੰ ਕਿਹਾ ਸੀ ਇਕੁਐਲਿਟੀ ਲਿਖ ਲਓ, 5x + y = 100। ਤੁਹਾਨੂੰ ਯਾਦ ਹੋਣਾ ਕੋਈ ਵੀ ਸਟੇਟ ਲਾਈਨ ਡਰਾ ਕਰਨ ਲਈ ਘੱਟੋ ਘੱਟ ਕਿੰਨੇ ਪੁਆਇੰਟ ਚਾਹੀਦੇ ਹੁੰਦੇ ਆ? 2 ਚਾਹੀਦੇ ਹੁੰਦੇ ਹੈ ਨਾ। ਸੋ ਇਹਦੇ ਲਈ ਤੁਸੀਂ ਕੀ ਕਰਿਆ ਕਰਨਾ, ਤੁਸੀਂ ਇੱਦਾਂ ਕਰਨਾ, ਤੁਸੀਂ ਇੱਦਾਂ ਟੇਬਲ ਲਿਖ ਲਓ, ਇੱਦਾਂ ਬਣਾ ਲਓ, ਇੱਕ 'ਚ x ਲਿਖ ਲਓ, ਇੱਕ y ਲਿਖ ਲਓ। ਸੋ ਸਿੰਪਲ ਜਿਹਾ ਫੰਡਾ ਹੁੰਦਾ, ਇੱਕ ਵਾਰੀ x ਨੂੰ 0 ਫਿਲ ਕਰ ਦਿਓ। ਜਦੋਂ x ਨੂੰ 0 ਫਿਲ ਕੀਤਾ ਤਾਂ y ਦੀ ਵੈਲਿਊ ਕਿੰਨੀ ਆ ਗਈ? 100 ਆ ਗਈ। ਫਿਰ y ਨੂੰ 0 ਫਿਲ ਕਰ ਦਿਓ, y ਨੂੰ 0 ਕੀਤਾ ਤਾਂ x ਦੀ ਵੈਲਿਊ ਕਿੰਨੀ ਆ ਗਈ? 20 ਆ ਗਈ। ਸੋ ਇਹਦਾ ਮਤਲਬ ਕੀ ਹੈ, ਜਿਹੜਾ ਇਹਨੂੰ ਮੈਂ ਨੰਬਰ 1 ਕੀਤਾ ਸੀ, ਇਹਦਾ ਮਤਲਬ ਹੈ ਵੀ ਦੇਅਰਫੋਰ, ਇੱਥੇ ਲਿਖ ਲਾ ਨਾਲ, ਦੇਅਰਫੋਰ 1 ਪਾਸਿਸ ਥਰੂ, ਕਿਹਦੇ ਵਿੱਚ ਦੀ ਪਾਸ ਕਰੂਗਾ ਉਹ? ਇੱਕ ਪੁਆਇੰਟ ਵੈਸੇ ਹੀ ਨਾਮ ਲੈ ਲਓ, A ਲੈ ਲਓ, 20 ਔਰ 20, ਆ ਵੇਖੋ 20 ਸੀ ਨਾ, 20 ਐਂਡ ਜਿਹੜਾ ਦੂਸਰਾ ਪੁਆਇੰਟ ਸੀਗਾ ਉਹਨੂੰ P ਕਹਿ ਲਓ। ਉਹ ਕਿੰਨਾ ਸੀ? x ਦੀ ਵੈਲਿਊ 0 ਸੀ ਅਤੇ y ਦੀ ਵੈਲਿਊ ਕਿੰਨੀ ਸੀ? 100 ਸੀ। ਸੋ ਇੱਥੇ ਮੈਂ ਲਿਖ ਲਓ, ਆ ਇੱਥੋਂ 10 20 ਆ ਬਣ ਗਿਆ 30, ਆ ਜਿਹੜੇ ਪੁਆਇੰਟਸ ਹੋ ਗਏ ਨਾ ਸਾਰੇ, ਇੱਦਾਂ ਬਣਾ ਲਓ। ਸੋ 1 2 ਹੀ ਕਹਿ ਲੈਂਦਾ ਇਹਨੂੰ, ਈਜ਼ੀ ਹੋ ਜਾਊਗਾ। ਸੋ ਇੱਕ ਪੁਆਇੰਟ ਸੀਗਾ 20 x ਦੀ ਵੈਲਿਊ 20, 0 ਸੀ, 10 ਸੀ, 20, ਆਹ ਪੁਆਇੰਟ ਹੋ ਗਿਆ। ਸੋ ਦੂਸਰਾ ਕਿੰਨਾ ਸੀਗਾ? 100 ਸੀ, ਮਤਲਬ 10 ਹੋ ਗਈ। 1 2 3 4 5 6 7 8 9 10। ਸੋ ਆਹ ਹੋ ਗਿਆ ਹੈ ਨਾ। ਸੋ ਇਹਨੂੰ ਮਿਲਾ ਦਿਓ ਬਈ, ਆਹ ਹੋ ਗਿਆ। ਲਓ ਜੀ, ਆਹ ਬਣ ਗਿਆ ਆਪਣਾ ਹੈ ਨਾ। ਸੋ ਇਹ ਪੁਆਇੰਟ ਨੂੰ ਮੈਂ ਕੀ ਕਿਹਾ ਸੀਗਾ? ਇਹ ਪੁਆਇੰਟ ਨੂੰ ਮੈਂ ਕਿਹਾ ਸੀ A। ਸੋ ਇਹ ਪੁਆਇੰਟ ਨੂੰ ਮੈਂ ਕੀ ਕਿਹਾ ਸੀਗਾ? P। ਹੁਣ ਸਾਡੇ ਕੋਲ ਇਹਦੇ ਵਿੱਚ ਤਾਂ ਕੀ ਹੈ? ਲੈਸ ਦੈਨ ਇਕੁਅਲ ਟੂ ਵਾਲਾ ਹੈ ਨਾ। ਲੈਸ ਦੈਨ ਇਕੁਅਲ ਟੂ ਦਾ ਫੰਡਾ ਇਹ ਹੁੰਦਾ ਵੀ ਤੁਸੀਂ ਕੀ ਕਰੋ ਵੀ ਇਹਦੇ ਵਿੱਚ ਨਾ ਓਰੀਜਨ ਵਾਲੀ ਵੈਲਿਊ ਫਿਲ ਕਰ। ਦੇਖੋ ਓਰੀਜਨ ਜਾਂ ਤਾਂ ਲੈਫਟ ਸਾਈਡ 'ਤੇ ਹੋਊ ਜਾਂ ਰਾਈਟ 'ਤੇ ਹੋਊਗਾ। ਅਗਰ ਤੁਹਾਡੀ ਲਾਈਨ ਓਰੀਜਨ ਵਿੱਚ ਦੀ ਲੰਘ ਰਹੀ ਹੈ ਤਾਂ ਕੋਈ ਹੋਰ ਤਰੀਕਾ ਦੱਸਾਂਗੇ। ਫਿਲਹਾਲ ਓਰੀਜਨ ਵਿੱਚ ਦੀ ਨਹੀਂ ਲੰਘ ਰਹੀ ਤਾਂ ਤੁਸੀਂ ਜੋ ਰੀਜਨ ਫਿਲ ਕਰ ਦਿਓ। ਜਦੋਂ ਤੁਸੀਂ ਰੀਜਨ ਇਹ 'ਚ ਫਿਲ ਕੀਤਾ ਤਾਂ ਇਹ 'ਚ x ਵੀ 0 y ਵੀ 0, ਤਾਂ 0 ਇਜ਼ ਲੈਸ ਦੈਨ ਇਕੁਅਲ ਟੂ 100। ਇਹ ਤਾਂ ਗੱਲ ਸਹੀ ਹੈ। ਇਹਦਾ ਮਤਲਬ ਕੀ ਹੈ ਵੀ ਜਿਹੜਾ ਸਾਡਾ ਪੋਰਸ਼ਨ ਆ ਨਾ ਉਹ ਇਹਦੇ ਨੀਚੇ ਹੈ, ਆਹ ਵਾਲਾ। ਸੋ ਉਹਦਾ ਪੋਰਸ਼ਨ ਇੱਧਰਲੇ ਪਾਸੇ ਹੋਣਾ। ਸੋ ਇਸੇ ਤਰ੍ਹਾਂ ਇਹਨੂੰ ਅਸੀਂ ਡਰਾ ਕਰ ਲਿਆ ਹੈ ਨਾ। ਸੋ ਹੁਣ ਦੂਸਰੀ ਵਾਰੀ ਕੀ ਕਰਾਂਗੇ? ਹੁਣ ਇਹਨੂੰ ਨੈਕਸਟ ਸਟੈਪ ਦੇ ਉੱਤੇ x + y ਜਿਹੜੀ ਸੈਕਿੰਡ ਕੰਡੀਸ਼ਨ ਸੀ ਸਾਡੀ, ਉਹਨੂੰ ਲਿਖ ਲਾਂਗੇ ਹੈ ਨਾ। ਸੋ ਉਹਦੇ ਲਈ ਕੀ ਕੀਤਾ ਮੈਂ? ਉਹਦੇ ਲਈ ਹੁਣ x ਅਤੇ y ਫੇਰ ਹੋ, ਜੇ x 0 ਹੈ ਤਾਂ y ਦੀ ਵੈਲਿਊ 60 ਆ ਗਈ, ਅਤੇ ਜੇ y 0 ਆ ਤਾਂ x ਦੀ 60 ਆ ਗਈ। ਸੋ ਇਹ ਵੀ 2 ਪੁਆਇੰਟਸ ਵਿੱਚ ਦੀ ਲੰਘ ਰਿਹਾ, 0 60 ਐਂਡ 60 0 ਹੈ ਨਾ। ਸੋ 0 60 ਕਿਹੜਾ ਹੋ ਗਿਆ? ਇੱਥੇ ਇੱਕ 60 0 ਸੀਗਾ, ਮਤਲਬ ਆ ਸੀ ਨਾ 1 2 3 4 5 6, ਆ ਸੀਗਾ ਤੁਹਾਡਾ 60 0, ਅਤੇ ਇੱਕ ਆ ਸੀਗਾ 1 2 3 4 5 6, ਆ ਲੈ ਲਓ। ਇੱਕ ਆ ਹੋ ਗਿਆ ਤੁਹਾਡਾ, ਇਹ 0 60 ਹੈ। ਸੋ ਹੁਣ ਇਹਨਾਂ ਨੂੰ ਮਿਲਾ ਕੇ ਲਾਈਨ ਕੱਢ ਲਓ। ਸੋ ਬਾਈ ਸਿਮਿਲਰ ਆਰਗੂਮੈਂਟ ਇਹਦੇ ਵਿੱਚ ਜਿਹੜਾ
ਜਿਹੜਾ 0 ਹੈ ਲੈਸ ਐਕਸ ਵੀ 0 ਵਾਈ ਵੀ 0 60, ਇਹਦਾ ਮਤਲਬ ਜਿਹੜਾ ਰੀਜ਼ਨ ਹੈ ਜਿਹੜੀ ਦੂਜੀ ਲਾਈਨ ਸੀ ਇਹਦੇ ਵੀ ਕੀ ਹੈ ਨੀਚੇ ਹੈ ਇੱਦਾਂ। ਸੋ ਪਹਿਲੇ ਕੁਆਡਰੈਂਟ ਦੇ ਵਿੱਚ ਕਰਕੇ ਅਤੇ ਦੂਜੇ ਵਿੱਚ ਕਰਕੇ ਤੁਹਾਡੇ ਕੋਲ ਆ ਗਿਆ, ਆਹ ਰੀਜ਼ਨ ਆ ਗਿਆ ਤੁਹਾਡਾ ਜਿਹੜਾ ਕਾਮਨ ਹੈ ਦੋਨਾਂ ਨੂੰ। ਤਾਂ ਹੁਣ ਇਹਦੇ ਵਿੱਚ ਥੋੜ੍ਹਾ ਜਿਹਾ ਮੈਂ ਪੈਨ ਦਾ ਕਲਰ ਚੇਂਜ ਕਰਦਾ। ਤਾਂ ਇਹਦੇ ਨਾ ਆਹ ਕਾਰਨਰ ਪੁਆਇੰਟ, ਇੱਕ ਤਾਂ ਆ ਸੀ ਕਾਰਨਰ ਪੁਆਇੰਟ, ਇੱਕ ਆਹ ਕਾਰਨਰ ਪੁਆਇੰਟ, ਇੱਕ ਆਹ ਕਾਰਨਰ ਪੁਆਇੰਟ ਅਤੇ ਇੱਕ ਆਹ ਕਾਰਨਰ ਪੁਆਇੰਟ। ਸੋ ਇੱਥੇ ਜਿਹੜੀ ਇਸ ਬੁੱਕ ਦੀ ਟਰਮੋਲੋਜੀ ਦੇ ਅਕੋਰਡਿੰਗਲੀ ਹੈ ਨਾ, ਉਹ ਏ ਸੀਗਾ, ਆਹ ਏ ਸੀਗਾ, ਆਹ ਵਾਲਾ ਪੁਆਇੰਟ ਮੈਂ ਬੀ ਕਹਿ ਦਿੰਦਾ ਅਤੇ ਜਿਹੜਾ ਆਹ ਵਾਲਾ ਸੀਗਾ ਇਹਨੂੰ ਮੰਨ ਲਓ ਮੈਂ ਸੀ ਕਹਿ ਦਿੰਦਾ। ਮੈਂ ਦਿਖਾ ਦਿੰਦਾ ਤੁਹਾਨੂੰ ਹੁਣੇ। ਸੋ ਮੈਨੂੰ ਹਜੇ ਤੱਕ ਬੀ ਪੁਆਇੰਟ ਦਾ ਨਹੀਂ ਪਤਾ, ਅਤੇ ਮੈਨੂੰ ਪਤਾ ਲੱਗਿਆ ਵੀ ਜਿਹੜਾ ਬੀ ਹੈ ਬੇਸਿਕਲੀ ਉਹ ਇੰਟਰਸੈਕਸ਼ਨ ਆ 1 ਐਂਡ 2 ਦੀ। ਸੋ ਵਟ ਇਜ਼ 1, ਉਹ ਸੀਗਾ 5x + y = 100 ਅਤੇ ਵਟ ਇਜ਼ 2x + y = 60। ਤਾਂ ਇਹਨੂੰ ਸੋਲਵ ਕਰੋ, ਇੰਟਰਸੈਕਸ਼ਨ ਆ 10th ਵਾਲਾ ਮੈਥਡ ਲੱਗ ਗਿਆ। ਸੋ ਆਹ ਕੈਂਸਲ ਹੋ ਗਿਆ, ਤਾਂ 4x = 40। ਸੋ x ਦੀ ਵੈਲਿਊ ਆ ਗਈ 10 ਅਤੇ ਇਹਦੇ ਵਿੱਚ ਫਿਲ ਕਰ ਦਿਓ ਤਾਂ y ਦੀ ਵੈਲਿਊ ਆ ਗਈ 50। ਸੋ ਸਾਡਾ ਮੇਰੇ ਕੋਲ B ਪੁਆਇੰਟ ਆ ਗਿਆ 10, 50। ਠੀਕ ਹੈ ਜੀ। ਸੋ ਹੁਣ ਸਾਡਾ ਪ੍ਰੋਸੀਜਰ ਕੀ ਕਹਿੰਦਾ, ਆਹ ਮੇਰੇ ਕੋਲ B ਪੁਆਇੰਟ ਆ ਗਿਆ ਸੀ 10 ਅਤੇ 50। ਹੁਣ ਆਪਣੀ ਦੁਬਾਰਾ ਆਪਦੇ ਮੈਥਡ ਤੋਂ ਵਾਪਸ ਆਉਣੇ, ਨਾਲੇ ਡੈਫੀਨੇਸ਼ਨਸ ਕਲੀਅਰ ਕਰਦੇ ਜਾਵਾਂਗੇ। ਸੋ ਸਭ ਤੋਂ ਪਹਿਲਾਂ ਤਾਂ ਵੀ ਕੰਸੀਡਰ ਈਚ ਇਨਕੁਐਲਿਟੀ ਐਜ਼ ਇਕੁਏਸ਼ਨ ਕਰ ਲਈ ਸੀ। ਪਲਾਟ ਇਕੁਏਸ਼ਨ ਔਨ ਦਾ ਗ੍ਰਾਫ ਐਜ਼ ਈਚ ਵਿਲ ਜਮੈਟਰੀਕਲੀ ਰਿਪਰੈਜ਼ੈਂਟ ਸਟੇਟ ਲਾਈਨ। ਠੀਕ ਹੈ ਜੀ, ਕਰ ਲਿਆ। ਸਟੇਟ ਲਾਈਨ ਬਣਾ ਲਈਆਂ ਸੀਗੀਆਂ। ਉਸ ਤੋਂ ਬਾਅਦ ਜਿਵੇਂ ਆਪਾਂ ਪਹਿਲਾਂ ਸਟੇਟ ਲਾਈਨ ਬਣਾਈਆਂ ਸੀਗੀਆਂ ਜਾਂ ਸਟੇਟ ਲਾਈਨ ਇਹ ਡਰਾ ਕੀਤੀਆਂ ਸੀ ਨਾ, ਉਸ ਤੋਂ ਬਾਅਦ ਮੈਂ ਛੋਟੇ ਛੋਟੇ ਐਰੋ ਲਾਏ ਸੀ। ਉਹ ਕਿਹੜੇ ਵੇ ਨਾਲ ਲਾਏ ਸੀਗੇ ਉਹ ਮੈਂ ਸਟੈਪ 3 ਦੇ ਵਿੱਚ ਦੱਸੇ ਹੋਏ ਆ। ਸਟੈਪ 3 ਦੇ ਵਿੱਚ ਕੀ ਹੈ ਵੀ ਤੁਸੀਂ ਸ਼ੇਡ ਦਾ ਫਿਜ਼ੀਬਲ ਰੀਜ਼ਨ। ਵਟ ਇਜ਼ ਦਾ ਫਿਜ਼ੀਬਲ ਰੀਜ਼ਨ? ਐਵਰੀ ਪੁਆਇੰਟ ਔਨ ਦਾ ਲਾਈਨ ਵਿਲ ਸੈਟਿਸਫਾਈ ਦਾ ਇਕੁਏਸ਼ਨ ਆਫ ਦਾ ਲਾਈਨ ਇਫ the inequality concentrate corresponding to that line is less than type, then the region below the line less than ਹੈ। ਅਗਰ ਉਹਦੇ 'ਚ ਰੀਜ਼ਨ ਆ ਰਿਹਾ ਵਿੱਚ ਓਰੀਜਨ ਆ ਰਿਹਾ ਤਾਂ ਬਿਲੋ ਦਾ ਲਾਈਨ ਹੋ ਜਾਊਗਾ ਫਸਟ ਕੁਆਡਰੈਂਟ ਵਿੱਚ ਡਿਊ ਟੂ ਦਾ ਨੋਨ ਐਕਟੀਵਿਟੀ ਆਫ ਵੇਰੀਏਬਲਸ ਇਜ਼ ਸ਼ੇਡਡ ਹੈ ਨਾ। ਅਤੇ ਜੇ ਉਹ ਗ੍ਰੇਟਰ ਦੈਨ ਆ ਫਿਰ ਉਹਦੇ ਅਬਵ ਹੋ ਜਾਊਗਾ ਹੈ ਨਾ। ਤਾਂ ਦਾ ਕਾਮਨ ਸ਼ੇਡਡ ਰੀਜ਼ਨ ਇਜ਼ ਕਾਲਡ ਫਿਜ਼ੀਬਲ ਰੀਜ਼ਨ। ਜਿਹੜਾ ਕਾਮਨ ਸ਼ੇਡਡ ਆਪਾਂ ਰੀਜ਼ਨ ਕੱਢਿਆ ਸੀ ਮੈਂ ਬਲੂ ਕਲਰ ਯੈਲੋ ਕਲਰ ਦਾ, ਦੈਟ ਰੀਜ਼ਨ ਜਿਹੜਾ ਹੈਗਾ ਦੈਟ ਰੀਜ਼ਨ ਇਜ਼ ਕਾਲਡ ਫਿਜ਼ੀਬਲ ਰੀਜ਼ਨ। ਜੇ ਕਿਤੇ ਇਹ ਤੋਂ ਬਾਹਰ ਚਲਾ ਜਾਂਦਾ, ਦੂਜੇ ਤੀਜੇ ਜਾਂ ਚੌਥੇ ਕੁਆਡਰੈਂਟ ਦੇ ਵਿੱਚ ਚਲਾ ਜਾਂਦਾ ਤਾਂ ਫਿਰ ਉਹ ਫਿਜ਼ੀਬਲ ਨਹੀਂ ਰਹਿਣਾ ਸੀ। ਦਾ ਰੀਜ਼ਨ ਅਦਰ ਦੈਨ ਦਾ ਫਿਜ਼ੀਬਲ ਫਿਜ਼ੀਬਲ ਰੀਜ਼ਨ ਇਜ਼ ਕਾਲਡ ਦਾ ਇਨਫਿਜ਼ੀਬਲ ਰੀਜ਼ਨ। ਤਾਂ ਬਾਕੀ ਕੀ ਆ ਉਹ ਇਨਫਿਜ਼ੀਬਲ ਰੀਜ਼ਨ ਹੋ ਗਿਆ। ਸੋ ਹੁਣ ਇੱਕ ਨੋਟ ਕਰਨ ਵਾਲੀ ਗੱਲ ਹੈ, ਇਸ ਰੀਜਨ ਦੇ ਵਿੱਚ ਬਹੁਤ ਸਾਰੇ ਬੇਸਿਕਲੀ ਹੈ ਤਾਂ ਪੁਆਇੰਟ ਸੀ ਨਾ, ਕੋਈ ਤੇ ਵੀ ਲੈ ਲਓ ਤੁਸੀਂ। ਇਹ ਰੀਜਨ ਦੇ ਵਿੱਚ ਜਿੰਨੇ ਮਰਜ਼ੀ ਲੈ ਲਓ, ਇੱਥੇ ਆ ਪੁਆਇੰਟ ਆ ਸਾਰੇ ਪੁਆਇੰਟ ਆਲ ਆਰ ਸੋਲੂਸ਼ਨਸ। ਕਿਸੇ ਵੀ ਵੈਲਿਊ ਨੂੰ ਇੱਥੇ ਤੁਸੀਂ ਲਾਓਗੇ, ਇੱਥੇ ਸਾਰੇ ਪੁਆਇੰਟਸ ਆ ਜਿਹੜੇ ਇਹਨਾਂ ਦੋਵਾਂ ਨੂੰ ਸੈਟਿਸਫਾਈ ਕਰਦੇ ਆ, ਤਿੰਨਾਂ ਨੂੰ ਕਰ ਰਹੇ ਆ। ਸੋ ਇਹਦੇ ਵਿੱਚ ਇਨਫਾਈਨਿਟਲੀ ਮੈਨੀ ਪੁਆਇੰਟਸ ਹੈ ਅਤੇ ਇਹਦਾ ਮਤਲਬ ਇਹਦੇ ਇਨਫਾਈਨਿਟਲੀ ਮੈਨੀ ਸੋਲੂਸ਼ਨ ਹੈਗੇ ਇਹਦੇ ਵਿੱਚ। ਜਿਹੜਾ ਵੀ ਪੁਆਇੰਟ ਇਹਦੇ ਵਿੱਚ ਆ ਗਿਆ ਉਹ ਸੋਲੂਸ਼ਨ ਹੈ। ਦੇਖੋ 10th ਦੇ ਵਿੱਚ ਕੀ ਸੀ, 2 ਲਾਈਨਸ ਦਿੱਤੀਆਂ ਹੁੰਦੀਆਂ ਸੀ ਜਦੋਂ ਇਕੁਐਲਿਟੀ ਦਿੱਤੀ ਹੁੰਦੀ ਸੀ। ਤਾਂ ਜਦੋਂ 2 ਲਾਈਨਸ ਇੰਟਰਸੈਕਟ ਕਰਦੀਆਂ ਸੀ ਤਾਂ ਯੂਨੀਕ ਪੁਆਇੰਟ ਆਉਂਦਾ ਸੀ। ਜੇ ਲਾਈਨਾਂ ਪੈਰਲਲ ਹੁੰਦੀਆਂ ਸੀ ਤਾਂ ਕੋਈ ਸੋਲੂਸ਼ਨ ਨਹੀਂ ਹੁੰਦਾ ਸੀ। ਪਰ ਉੱਥੇ ਲਾਈਨਸ ਸੀਗੀਆਂ, ਇੱਥੇ ਓਪਨ ਹਾਫਸ ਜਾਂ ਕਲੋਜ਼ਡ ਹਾਫ ਸਪੇਸਿਸ ਦੀ ਗੱਲ ਹੋ ਰਹੀ ਹੈ, ਯਾਦ ਰੱਖਣਾ। ਸੋ ਇਹਦਾ ਮਤਲਬ ਕੀ ਹੈ ਵੀ ਅਸੀਂ ਜਿਹੜਾ ਸ਼ੇਡਡ ਰੀਜ਼ਨ ਆ ਗਿਆ ਕਾਮਨ ਹੈ ਨਾ, ਇਹ ਹੁਣ 2 ਤਰ੍ਹਾਂ ਦੇ ਰੀਜ਼ਨ ਬਣਿਆ ਕਰਨਗੇ। ਕਈ ਵਾਰੀ ਤਾਂ ਰੀਜ਼ਨ ਬਾਊਂਡਡ ਹੋਊਗਾ, ਕਈ ਵਾਰੀ ਅਨਬਾਊਂਡਡ ਹੋਊ। ਬਾਊਂਡਡ ਰੀਜ਼ਨ ਦਾ ਮਤਲਬ ਵੀ ਬੰਦ ਦਾ ਰੀਜ਼ਨ ਕਲੋਜ਼ਡ ਆ ਉਹ। ਸੋ ਮੇਰਾ ਸਟੈਪ ਕਿਹੜਾ ਸੀਗਾ ਸਾਡੇ ਕੋਲ, ਦਾ ਰੀਜ਼ਨ ਅਦਰ ਦੈਨ ਫਿਜ਼ੀਬਲ ਰੀਜ਼ਨ ਇਜ਼ ਕਾਲਡ ਇਨਫਿਜ਼ੀਬਲ ਰੀਜ਼ਨ। ਹੁਣ ਇਹਦੇ ਵਿੱਚ ਜਿੰਨੇ ਵੀ ਪੁਆਇੰਟਸ ਆ, ਪੁਆਇੰਟਸ ਵਿਦ ਐਂਡ ਔਨ ਦਾ ਬਾਊਂਡਰੀ ਆਫ ਦਾ ਫਿਜ਼ੀਬਲ ਰੀਜ਼ਨ ਰੀਪ੍ਰਜੈਂਟ ਦਾ ਫਿਜ਼ੀਬਲ ਸੋਲੂਸ਼ਨ। ਜਿਹੜਾ ਸਾਡਾ ਸਿਸਟਮ ਦਿੱਤਾ ਹੋਇਆ ਉਹਦੇ 'ਚ ਰਿਸਟ੍ਰਿਕਸ਼ਨ ਦਿੱਤੀਆਂ ਹੋਈਆਂ, ਕੰਸਨਟਰੇਟਸ ਦਿੱਤੇ ਹੋਏ ਆ ਜੋ ਉਹਨਾਂ ਨੂੰ ਸੈਟਿਸਫਾਈ ਕਰ ਰਹੀਆਂ ਵੈਲਿਊਜ਼, ਉਹ ਸਾਰੇ ਦੇ ਸਾਰੇ ਇਨਫਾਈਨਿਟਲੀ ਮੈਨੀ ਪੁਆਇੰਟ ਕੀ ਹੈ ਸੋਲੂਸ਼ਨ ਹੈ। ਅਤੇ ਇਨਫਿਜ਼ੀਬਲ ਸੋਲੂਸ਼ਨ ਕੀ ਹੈ? ਐਨੀ ਪੁਆਇੰਟ ਆਊਟਸਾਈਡ ਦਾ ਫਿਜ਼ੀਬਲ ਰੀਜ਼ਨ ਇਜ਼ ਕਾਲਡ ਇਨਫਿਜ਼ੀਬਲ ਸੋਲੂਸ਼ਨ। ਅਗਰ ਕੋਈ ਉਹ ਰੀਜਨ ਤੋਂ ਬਾਹਰ ਜਾ ਕੇ ਉਹਨੂੰ ਸੈਟਿਸਫਾਈ ਕਰੀ ਜਾਂਦਾ ਤਾਂ ਉਹ ਤੁਹਾਡਾ ਕੀ ਹੋ ਗਿਆ, ਇਨਫਿਜ਼ੀਬਲ ਹੋ ਗਿਆ ਹੈ ਨਾ। ਤਾਂ ਫਸਟ ਕੁਆਡਰੈਂਟ ਦੇ ਵਿੱਚ ਹੀ ਰਹਿਣਾ ਸੀ। ਹੁਣ ਕੀ ਆ, ਵੈਲੂਏਟ ਦਾ ਆਬਜੈਕਟਿਵ ਫੰਕਸ਼ਨ ਐਟ ਈਚ ਕਾਰਨਰ ਪੁਆਇੰਟ, ਦੈਟਸ ਵਾਈ ਦਿਸ ਮੈਥਡ ਇਜ਼ ਕਾਲਡ ਕਾਰਨਰ ਪੁਆਇੰਟ ਮੈਥਡ। ਤਾਂ ਉਹਦੇ ਲਈ 2 ਥਿਓਰਮਸ ਆ ਜਿਹੜੀਆਂ ਤੁਹਾਡੇ ਸਿਲੇਬਸ ਦੇ ਵਿੱਚ ਦਿੱਤੀਆਂ ਹੋਈਆਂ, ਉਹ ਦੱਸਦਾ ਕੀ ਹੈ ਵੀ ਸਭ ਤੋਂ ਪਹਿਲਾਂ ਤਾਂ ਤੁਸੀਂ ਵੇਖੋ ਵੀ ਕਾਰਨਰ ਪੁਆਇੰਟ 'ਤੇ ਕੱਢ ਲਓ ਮੈਕਸੀਮਮ ਅਤੇ ਮਿਨੀਮਮ, ਮੰਨ ਲਓ ਵੀ ਰਿਸਪੈਕਟਿਵਲੀ ਡਿਨੋਟ ਕਰਤੀਆਂ ਵੀ ਇੱਕ ਵੱਧ ਤੋਂ ਵੱਧ ਵੈਲਿਊ ਐਮ ਆ ਗਈ, ਘੱਟ ਤੋਂ ਘੱਟ ਆ ਜਿਹੜੀ ਸਮਾਲੈਸਟ ਅਤੇ ਹਾਈਐਸਟ ਕੱਢ ਲਈ ਉਹ। ਹੁਣ ਇੱਥੋਂ ਅਸਰਸ਼ਨ ਹੈ ਸਾਡੀ ਵੈਨ ਦਾ ਫਿਜ਼ੀਬਲ ਰੀਜ਼ਨ ਇਜ਼ ਬਾਊਂਡਡ, ਮੰਨ ਲਓ ਬੰਦ ਹੈ, ਕੋਈ ਚੱਕਰ ਨਹੀਂ ਸਾਰੇ ਰੀਜਨ 'ਤੇ, ਤਾਂ ਜਿਹੜੀ ਐਮ ਆਈ ਸੀ ਕੈਪੀਟਲ ਐਮ ਉਹ ਮੈਕਸੀਮਮ ਬਣ ਗਈ ਅਤੇ ਸਮਾਲ ਮਿਨੀਮਮ ਬਣ ਗਈ, ਉਹੀ ਤੁਹਾਡਾ ਆਨਸਰ ਹੈ।
इन केस ऑफ द फिजिबल रीजन इज अनबाउंडड दैन गो टू द नैक्सट स्टैप। जे मान लो खुला होया तो उस की करना, तो वो आ बहुत इंपॉर्टेंट याद कर लो, ये क्वेश्चन पुछ लेंदा कई बारी। जेकर एम है मैक्सिमम वैल्यू, इफ एम इज द मैक्सिमम वैल्यू ऑफ जैड, इफ द ओपन हाफ स्पेस डिटरमिनड बाय, जो मान लो एम की वैल्यू तुम ग्रेटेस्ट कढ़ ली, हजे आपको पता नहीं लग्या गा भी ये मैक्सिमम हैगी कि नहीं हैगी, तो तुम की करना आ एक ओपन हाफ स्पेस लैनी है, तो तुम देखना भी वह किसी भी कॉमन भी वह कोई भी पॉइंट कॉमन नहीं होना चाहिए फिजिबल रीजन नाल, जेकर होया तो मैक्सिमम वैल्यू नहीं हैगी। ठीक है जी। तो सिमिलर आर्गूमेंट कि लाना, मिनीमम ते लाना। सो दो थ्योरम तो इतने सिलेबस लिखे हुए बड़िया इंपॉर्टेंट है भी। कोई भी मान लो फिजिबल रीजन दिता होया कन्वैक्स पॉलीगन, इतने कोई वर्ड आ गया कन्वैक्स। कन्वैक्स कन्वैक्स रीजन किहड़ा हुंदा? कन्वैक्स रीजन हुंदा जिहदे विच कोई होल ना होवे। मतलब कन्वैक्स रीजन दे विच की हुंदा भी अगर कोई भी रीजन है, अगर उहदे च कोई दो पॉइंट लो तो उस पॉइंट नूं इदा मिला दो तो वो लाइन इंटायरली रीजन के रह जाए। मान लो ट्रैंगल लै लो है ना, इतों कोई भी लिया दो बिच ही रह गई वो। सो ये कि रीजन है कन्वैक्स है है ना। तो जे मान लो भी मैं रीजन इदा का लै लिया, सपोज करो दिस वन, हुण अगर मैं ये इत्थे ते इत्थे दो पॉइंट देके मिला दा तो लाइन बाहर चली गई ना। सो नॉट कन्वैक्स। कन्वैक्स रीजन के कोई होल्स नहीं होंगे। सो तो फिजिबल रीजन की खास गल की होंगी है भी वो कन्वैक्स होंगे। फॉर लीनियर प्रोग्रामिंग प्रॉब्लम एट जेड इक्वल टू एक्स प्लस बी बी द ऑब्जेक्टिव फंक्शन वैन जेड हैज़ एन ऑप्टीमल वैल्यू। मान लो इतने उन्हें गल कहती भी जेड की ऑप्टीमल हैगी है, तो दैन कित्थे होगी? तो दैन दिस ऑप्टीमल वैल्यू मस्ट अकर एट द कॉर्नर पॉइंट। पता नहीं कितनी बारी पेपर चुने क्वेश्चन पूछा है। तो एक्सट्रीमम पॉइंट भी एक्सट्रीमम थ्योरम भी कह देंगे इनू। तो दूजे पासे थ्योरम सैकेंड आ जी, लेट आर बी द फिजिबल रीजन ऑफ प्रॉब्लम एंड लेट जेड इक्वल टू एक्स प्लस बी वाई बी द ऑब्जेक्टिव फंक्शन। मान लो ऑब्जेक्टिव फंक्शन दिता है इफ आर इज बाउंडड। मान लो जी आर बाउंडड है, मान लो पहला कहता ने भी आर बाउंडड है, दैन द ऑब्जेक्टिव फंक्शन जेड हैज़ बोथ मैक्सिमम एंड मिनिमम वैल्यू ऑन आर। दोवें ही वैल्यूज है मैक्सिमम दी मिनिमम। ईच ऑफ दीज अकर जेड द कॉर्नर पॉइंट ऑफ। तो अकर कितने करनी है? कॉर्नर पॉइंट। मुक्ति गल कॉर्नर पॉइंट ते आनी है जो भी आनी है। पर जेकर आर हैगा अनबाउंडड दैन द मैक्सिमम और द मिनिमम वैल्यू ऑफ द ऑब्जेक्टिव फंक्शन मे और मे नॉट एग्जिस्ट। हो सकता एग्जिस्ट करे, हो सकता एग्जिस्ट ना करे। हाउएवर इफ एग्जिस्ट इट मस्ट अकर एट द कॉर्नर पॉइंट। अगर जो हुई भी मैक्सिमम मिनिमम हुई तो कॉर्नर पॉइंट पर होनी है। तो याद रखना भी एक तो फिजिबल रीजन इज ऑलवेज ए कन्वैक्स रीजन। If two corner points produce same maximum or minimum value of the objective function, then every point on the line segment joining these points will give the same maximum value। यदि आप क्वेश्चन करेंगे फिर ज़्यादा पता लग जाऊगा। हुण साडे क्वेश्चन ते आ जाओ। हुण साडे कोल इत्थे किन्ने कॉर्नर आ गए सीगे? 4 कॉर्नर आ गए सी। चारे पॉइंट तो सानू पता सीगा। हुण असीं उन्हां चारे कॉर्नर पॉइंट्स साडे हुण इत्थे टेबल च आ जाओ। कॉर्नर पॉइंट 4 किहड़े सी? दिस वन ओ सी बी ए है ना। सो हुण इहदे विच तुसीं पहला वैल्यू ऑब्जेक्टिव फंक्शन किहड़ा सी तुहाडा? दिस टाइम आ इहदे विच भर दो एक्स की वैल्यू 0, वाई की वैल्यू 0, वैल्यू 0 आ गई। आ साडा पहली सिचुएशन सी भी एक्स कुछ नहीं लेना भी, असीं टेबल कोई नहीं लिया गा, कलियां चेयरस ले लियां। उदों सानू प्रॉफिट होया सी 4500 का। फिर ये सीगा भी जदों बई असीं कलियां अपने टेबल ही ले लए सीगे तो उदों प्रॉफिट कितना होया सीगा 5000 का। तो हुण साडा जिहड़ा सलूशन निकल के आया कॉर्नर पॉइंट इहदे ते बी ते आ वाला दोबारा इतने सोहनी करके बनाई हुई है। सो तुहाडा 6250 6250 ये तुहाडा आंसर आ गया। दैट इज़ द मैक्सिमम वैल्यू। इदा ही टेबल बना के तुहाडा आंसर कढ़ देना। सो तुहानूं जिहड़े मार्क्स भी मिलने वो भी ये तुहाडे ग्राफ के टेबल के अकॉर्डिंगली ही मिलने हैं। सो होपफुली तुहानूं ये पता लग गया होना। सो इट किहड़ी टाइप का क्वेश्चन सीगा? ये सीगा मैक्सीमाइजेशन टाइप का सी। सो हुण फिर अगे सिचुएशन आ गई। तो इस सिचुएशन जो भी देखो स्ट्रेट लाइनस जो बनिया है ना, तो तुसीं की करना वही जो मान लो पहला तो इन्होंने इक्वैलिटी च लिख लेना एक्स प्लस वाई इज इक्वल टू 50। सो ये तुसीं जिहड़े पॉइंट्स कढ़ने आ, सो अगे वांगू एक्स वाई, एक्स नूं 0 फिल कर दो, वाई की वैल्यू 50 आ गई, वाई की वैल्यू 0 फिल कर दो, एक्स की 50 आ गई। सो दो पॉइंट तो ही आ गए जिहदे तुहाडी ग्राफ लाइन स्ट्रेट लाइन गुजर रही है, एक 0 50 तो एक 50 0। सो सिमिलरली उस तो बाद दूसरा आ गया सी तुहाडे कोल की सीगा 3x प्लस वाई इज इक्वल टू 90। फिर की करो हुण इहदे लई भी दो पॉइंट कढ़न वास्ते जिवें आपां पहलां कीता सी, हुण मैं ज़्यादा नहीं लिखूँगा। सो एक्स नूं 0 फिल कर दो, वाई की वैल्यू कितनी आ गई 90, तो वाई नूं 0 फिल कर दो तो एक्स की वैल्यू कितनी आ गई 30। सो दो तुहाडे कोल दो पॉइंट आ गए 0 90 एंड 30 0।
ਸੋ ਹੁਣ ਇਹਨਾਂ ਨੂੰ ਤੁਸੀਂ ਡਰਾ ਕਰ ਲਓਗੇ। ਇੱਕ ਇਹਨਾਂ ਨੂੰ ਇੰਟਰਸੈਕਸ਼ਨ ਜੇ ਇਹਨਾਂ ਦੀ ਦੇਖ ਲੈਂਦੇ ਆਪਾਂ ਹੁੰਦੀ ਹੈ ਕਿ ਨਹੀਂ ਹੁੰਦੀ, ਇਹ ਵੀ ਜ਼ਰੂਰੀ ਚੈੱਕ ਕਰਨੀ ਹੁੰਦੀ ਹੈ ਅਤੇ ਹੋਊਗੀ ਉਹ। ਸੋ ਇੱਥੇ ਸੀਗਾ ਤੁਹਾਡੇ ਕੋਲ x + y = 50, ਇਹ ਮਿਨੀਮਮ, ਇਹ ਵੀ ਮੈਕਸੀਮਾਈਜੇਸ਼ਨ ਦੀ ਪ੍ਰੋਬਲਮ ਹੈ। ਸੋ ਜੋ ਤੁਸੀਂ ਇਹਨੂੰ ਸਬਟਰੈਕਟ ਕੀਤਾ, ਸੋ ਆਹ ਤੁਹਾਡੇ ਕੋਲ 2x ਹੋ ਗਿਆ ਅਤੇ y ਕੈਂਸਲ ਹੋ ਗਿਆ ਅਤੇ ਆਹ ਹੋ ਗਿਆ ਤੁਹਾਡੇ ਕੋਲ 40, x ਦੀ ਵੈਲਿਊ ਆ ਗਈ 20। ਤਾਂ ਜਦੋਂ ਇਹਨੂੰ ਤੁਸੀਂ ਫਿਲ ਕੀਤਾ ਐਸੇ ਇਕੁਏਸ਼ਨ ਦੇ ਵਿੱਚ ਅਤੇ y ਦੀ ਵੈਲਿਊ ਆ ਗਈ ਤੁਹਾਡੇ ਕੋਲ 30। ਸੋ ਕਿਹੜੇ ਪੁਆਇੰਟ 'ਤੇ 1 ਅਤੇ 2 ਮੀਟ ਕਰ ਰਹੀਆਂ ਸੀ ਦੋਵੇਂ, ਮਤਲਬ ਜਿਹੜੇ ਸਟੇਟ ਲਾਈਨ ਸੀ 20, 30 'ਤੇ। ਸੋ ਜਦੋਂ ਤੁਸੀਂ ਇਹਨੂੰ ਡਰਾ ਕਰਕੇ ਗ੍ਰਾਫ ਬਣਾਇਆ ਤਾਂ ਤੁਹਾਡੇ ਕੋਲ ਆਹ ਸਿਚੁਏਸ਼ਨ ਬਣ ਗਈ ਜਿਵੇਂ ਮੈਂ ਪਹਿਲੇ ਕੁਐਸਚਨ ਦੇ ਵਿੱਚ ਸੀ ਉਸ ਐਗਜ਼ਾਮਪਲ ਵਾਂਗ। ਹੁਣ ਤੁਸੀਂ ਕੀ ਕਰਨਾ, ਉਹੀ ਕਾਰਨਰ ਪੁਆਇੰਟ ਦਿੱਤੇ ਹੋਏ ਆ, ਆਹ ਡਰਾ ਕਰ ਲੈਣੀ ਹੈ ਬੜੇ ਅੱਛੀ ਤਰ੍ਹਾਂ ਨਾਲ। ਅਤੇ ਉਸ ਤੋਂ ਬਾਅਦ ਤੁਹਾਡੇ ਕੋਲ ਇਹ ਪੁਆਇੰਟਸ ਆ ਜਾਣੇ ਆ। ਤਾਂ ਤੁਹਾਡੀ ਮੈਕਸਿਮਮ ਵੈਲਿਊ ਕਿੱਥੇ ਸੀਗੀ, ਦਿਸ ਇਜ਼ 120। ਇਹ 'ਚ ਕੋਈ ਦਿੱਕਤ ਵਾਲੀ ਗੱਲ ਨਹੀਂ, ਬੜੀ ਈਜ਼ਲੀ ਤੁਹਾਨੂੰ ਇਹਨੂੰ ਸਮਝ ਲੱਗ ਗਿਆ। ਸੋ ਉਸ ਤੋਂ ਬਾਅਦ ਹੁਣ ਆਹ ਕੁਐਸਚਨ ਤੁਹਾਡੀ ਜਿਹੜਾ ਹੈਗਾ ਮਿਨੀਮਾਈਜ਼ ਟਾਈਪ ਦਾ ਕੁਐਸਚਨ ਸੇਮ ਹੀ ਆ, ਬਸ ਇਹਦੇ ਵਿੱਚ ਰੀਜਨ ਡਰਾ ਕਰਨ ਲੱਗਿਆ ਨਾ, ਦੇਖਣਾ ਵੀ ਇਹਨੇ ਦੇ ਉੱਪਰ ਪੁੱਛਿਆ, ਮਤਲਬ ਇਹਦੇ ਅਬਵ ਰੀਜਨਲ ਸਟੇਟ ਲਾਈਨ ਜਿਹੜੀ ਬਣੂਗੀ ਉਹਦੇ ਉੱਪਰ ਹੋਣਾ, ਰੀਜਨ ਵਾਲਾ ਨਹੀਂ ਹੋਣਾ ਗਾ, ਦੂਸਰੀ ਵਾਲਾ ਹੋਣਾ। ਕਿਉਂਕਿ ਜੇ ਤੁਸੀਂ 0 ਫਿਲ ਕਰਦੇ ਹੋ ਤਾਂ 0 10 ਤੋਂ ਵੱਡਾ ਨਹੀਂ ਹੁੰਦਾ, ਉਹ ਛੋਟਾ ਹੁੰਦਾ ਹੈ ਨਾ। ਸੋ ਇਹਨੂੰ ਕਿਵੇਂ ਸੋਲਵ ਕਰਾਂਗੇ? ਸੋ ਪਹਿਲਾਂ ਤਾਂ ਇੱਥੇ ਤੁਸੀਂ x + 2y, ਹਰ ਕੁਐਸਚਨ ਸੇਮ ਹੀ ਹੈ, ਬਸ ਤੁਸੀਂ ਹੁਣ ਥੋੜ੍ਹਾ ਇਹਨੂੰ ਸਮਝ ਲੈਣਾ ਵੀ 3-4 ਸਿਚੁਏਸ਼ਨਾਂ ਜਿਹੀਆਂ ਕਿਵੇਂ ਬਣਦੀਆਂ। ਸੋ ਇਕੁਐਲਿਟੀ ਲੈ ਲਈ ਸੀ, ਸੋ ਅੱਗੇ ਵਾਂਗੂ। ਸੋ ਤੁਹਾਡੇ ਕੋਲ ਇੱਥੇ x y ਹੈ, x ਦੀ ਵੈਲਿਊ 0 ਫਿਲ ਕਰ ਦਿਓ, y ਦੀ ਵੈਲਿਊ 5 ਆ ਗਈ। ਤਾਂ y ਦੀ ਵੈਲਿਊ 0 ਫਿਲ ਕਰ ਦਿਓ ਅਤੇ x ਦੀ ਵੈਲਿਊ 10 ਆ ਗਈ। ਸੋ ਇੱਕ ਤਾਂ ਪੁਆਇੰਟ ਕਿਹੜਾ ਹੋ ਗਿਆ ਤੁਹਾਡੇ ਕੋਲ 0 5 ਹੋ ਗਿਆ। ਸੋ ਦੂਸਰਾ ਪੁਆਇੰਟ ਕਿਹੜਾ ਹੋ ਗਿਆ 10 0 ਹੋ ਗਿਆ ਨਾ। ਸੋ 2 ਪੁਆਇੰਟ ਵੀ ਦੀ ਲੰਘਦਾ ਅਤੇ ਫਿਰ ਦੂਸਰੇ ਲਈ ਕੀ ਸੀਗਾ ਤੁਹਾਡੇ ਕੋਲ 3x + 4y = 24। ਪਹਿਲਾਂ ਦੀ ਤਰ੍ਹਾਂ ਹੀ ਇੱਦਾਂ ਤੁਸੀਂ ਲਓ x ਨੂੰ 0 ਫਿਲ ਕਰ ਦਿਓ ਤਾਂ y ਦੀ ਵੈਲਿਊ ਆ ਗਈ 6, y ਨੂੰ 0 ਫਿਲ ਕਰ ਦਿਓ ਤਾਂ x ਦੀ ਵੈਲਿਊ ਆ ਗਈ 8। ਸੋ 2 ਪੁਆਇੰਟ ਇਹ ਹੋ ਗਏ 0 6 ਐਂਡ 8 0। ਸੋ ਹੁਣ ਆਪਾਂ ਗ੍ਰਾਫ 'ਤੇ ਦੇਖ ਲੈਂਦੇ, ਤੁਸੀਂ ਡਰਾ ਕੀਤੇ ਹੋਣਗੇ ਇਹ ਇੱਦਾਂ ਦੇ ਗ੍ਰਾਫ ਤਾਂ ਤੁਸੀਂ 10th ਵਿੱਚ ਵੀ ਬੜੇ ਕੀਤੇ ਆ। ਤਾਂ ਇੱਕ ਇਹਨਾਂ ਦਾ ਪੁਆਇੰਟ ਆਫ ਇੰਟਰਸੈਕਸ਼ਨ ਦੇਖਣਾ ਹੁੰਦਾ। ਸੋ ਪੁਆਇੰਟ ਆਫ ਇੰਟਰਸੈਕਸ਼ਨ ਲਈ ਤੁਹਾਡੇ ਕੋਲ ਸੀਗਾ x + 2y = 10, 3x + 4y = 24। ਤਾਂ ਇਹਨੂੰ 3 ਨਾਲ ਮਲਟੀਪਲਾਈ ਕਰਕੇ ਸਬਟਰੈਕਟ ਕਰ ਦਿਓ ਇਹਦੇ ਵਿੱਚੋਂ। ਸੋ 2 - 3 × 1। ਸੋ ਕੀ ਬਣ ਗਿਆ ਜੀ ਤੁਹਾਡੇ ਕੋਲ 3x + 4y - 3x - 6y। ਸੋ 24 - 30। ਸੋ 3x ਕੈਂਸਲ, ਆ ਕਿੰਨਾ ਹੋ ਗਿਆ -2y। ਸੋ ਆ ਹੋ ਗਿਆ -6। ਸੋ y ਦੀ ਵੈਲਿਊ ਤੁਹਾਡੇ ਕੋਲ ਕਿੰਨੀ ਆ ਗਈ 3 ਆ ਗਈ। ਤਾਂ ਉਹਨੂੰ ਵਿੱਚ ਫਿਲ ਕਰ ਦੋਗੇ ਤਾਂ x ਦੀ ਵੈਲਿਊ ਕਿੰਨੀ ਆ ਜਾਣੀ ਹੈ 4 ਆ ਜਾਣੀ ਹੈ। ਸੋ ਜਦੋਂ ਤੁਸੀਂ ਸਾਰਾ ਕੁਝ ਗ੍ਰਾਫ ਦੇ ਉੱਪਰ ਪਲਾਟ ਕਰੋਗੇ, ਸੋ ਜਿਹੜਾ ਉਹ ਤੁਹਾਡੇ ਕੋਲ ਪੁਆਇੰਟ ਕਿਹੜਾ ਆ ਗਿਆ ਸੀ 4 ਅਤੇ 3 ਆ ਗਿਆ ਸੀ ਨਾ, ਆਹ ਵੇਖੋ ਆਹ ਪੁਆਇੰਟ 4 ਐਂਡ 3 ਆ ਗਿਆ ਸੀ। ਸੋ ਆਹ ਸਾਰੇ ਪੁਆਇੰਟ ਜਿਹੜੇ ਆਪਾਂ ਲਏ ਸੀ ਤੁਹਾਡੇ ਇੱਕ ਆਹ ਪੁਆਇੰਟ ਆ ਗਿਆ। ਫਿਰ ਜਦੋਂ ਤੁਸੀਂ ਇੱਕ ਨੋਟ ਕਰੋ ਆਹ ਲਾਈਨ ਕਿਹੜੀ ਸੀ ਤੁਹਾਡੇ ਕੋਲ, ਆਹ ਵਾਲੀ ਜਿਹੜੀ ਲਾਈਨ ਹੈ, ਮੈਂ ਇੱਥੇ ਨਾ ਥੋੜ੍ਹਾ ਦੱਸਦਾ ਤੁਹਾਨੂੰ, ਦਿਸ ਲਾਈਨ ਇਹ ਕਿਹੜੀ ਹੈ ਤੁਹਾਡੇ ਕੋਲ x + 2y > 10। ਸੋ ਮਤਲਬ ਕੀ ਹੈ ਵੀ ਇਹ ਜਿਹੜਾ ਇਹਦੇ ਰੀਜ਼ਨ ਇਹਦੇ ਉੱਪਰ ਲਿਆ ਹੋਇਆ, ਕਿਉਂਕਿ ਆਹ ਰੀਜ਼ਨ ਹੈ ਨਾ ਇਹ ਤਾਂ ਨਹੀਂ ਆਉਣਾ ਇਹਦੇ ਵਿੱਚ, ਕਿਉਂਕਿ ਇਹ ਜ਼ਰੂਰ ਸੈਟਿਸਫਾਈ ਨਹੀਂ ਕਰਦਾ ਹੈਗਾ। ਸੋ ਜਦੋਂ ਥੋੜ੍ਹੀ ਆ ਗਈ ਤਾਂ ਇਹਦੇ ਅਬਵ ਲੈਣਾ ਹੁੰਦਾ ਅਤੇ ਜਦੋਂ ਲੈਸ ਦੈਨ ਹੁੰਦਾ ਉਹਦੇ ਬਲੋ ਲੈਣਾ ਹੁੰਦਾ। ਸੋ ਜਿਹੜਾ ਤੁਹਾਡੇ ਕੋਲ ਫਿਜ਼ੀਬਲ ਸ਼ੇਡਡ ਰੀਜ਼ਨ ਹੈ ਆਇਆ, ਦੇਖੋ ਇਹ ਫਿਜ਼ੀਬਲ ਹੈ ਕਿਉਂਕਿ ਇਹ ਕੁਆਡਰੈਂਟ 1 ਦੇ ਵਿੱਚ ਹੈ। ਉਸ ਤੋਂ ਬਿਨਾਂ ਇਹ ਤੁਹਾਡਾ ਕਨਵੈਕਸ ਹੈ। ਸੋ ਕਾਰਨਰ ਪੁਆਇੰਟ 'ਤੇ ਸੋਲਿਊਸ਼ਨ ਆਉਣਾ ਇਹਦਾ, 3 ਹੀ ਕਾਰਨਰ ਬਣਦੇ ਸੀ ਇਹਦੇ ਵਿੱਚ, ਦਿਸ ਵਨ ਅਤੇ ਦਿਸ ਵਨ। ਕਾਰਨਰ ਸਿਰਫ ਸ਼ੇਡਡ ਦੇ ਲੈਣੇ ਹੁੰਦੇ ਆ, ਹੋਰ ਨਹੀਂ ਕਿਸੇ ਦੇ ਲੈਣੇ ਹੁੰਦੇ। ਆਹੀ ਸੀ 3 ਪੁਆਇੰਟ ਸੀ, ਤਿੰਨੇ ਲਿਖ ਲਏ ਉਹਨੇ, ਤਿੰਨਾਂ 'ਤੇ ਵੈਲਿਊ ਕੱਢ ਲਈ। ਮਿਨੀਮਮ ਪੁੱਛਿਆ ਸੀਗਾ ਦਿਸ ਵਨ, ਜੇ ਮੈਕਸੀਮਮ ਪੁੱਛਿਆ ਹੁੰਦਾ ਤਾਂ 3000 ਆ ਜਾਂਦਾ। ਇੱਕ ਮੈਂ MCQ 'ਚ ਦੇਖਿਆ ਸੀ ਦੋਨੋਂ ਦਾ ਡਿਫਰੈਂਸ ਪੁੱਛੀ ਬੈਠਾ ਸੀ ਮੈਕਸੀਮਮ ਅਤੇ ਮਿਨੀਮਮ ਦਾ, ਫਿਰ ਜਿਹੜਾ ਆਉਂਦਾ ਜਿੱਥੇ ਪੁੱਛਿਆ ਹੁੰਦਾ ਤਾਂ 700 ਆ ਜਾਣਾ ਸੀ। ਸੋ ਜਿਵੇਂ ਜਿਵੇਂ ਕੁਐਸਚਨ ਦੋਨੇ ਹੀ ਪੁੱਛ ਲੈਂਦਾ। ਹੁਣ ਇਹਦੇ ਵਿੱਚ ਦੇਖੋ ਤੀਸਰੀ ਟਾਈਪ ਦੇ ਵਿੱਚ ਤੁਹਾਡੇ ਕੋਲ ਆ ਗਿਆ ਆਹ ਤਾਂ ਯਾਦ ਰੱਖ ਲਿਓ, ਇਹਦੀਆਂ ਜਦੋਂ ਤੁਸੀਂ ਇਹਨੂੰ ਇਕੁਅਲ ਕਰ ਲਿਆ
x ਪਲੱਸ 3y ਇਕੁਅਲ ਟੂ 60। ਸੋ ਇਹਦੇ ਦੋ ਪੁਆਇੰਟ ਕਿਹੜੇ ਬਣ ਗਏ, ਮੈਂ ਸਿੱਧਾ ਹੀ ਲਿਖ ਲੈਣਾ, ਜਦੋਂ x ਨੂੰ 0 ਹੋਊਗਾ ਤਾਂ y ਨੇ ਆ ਜਾਣਾ 20, ਅਤੇ ਜਦੋਂ y ਨੇ 0 ਹੋਣਾ ਤਾਂ x ਨੇ ਆ ਜਾਣਾ 60। ਇਹ ਤਾਂ ਇਹਦੇ ਵਿੱਚ ਦੀ ਲੰਘੂਗਾ ਜੀ। ਤਾਂ ਜਿਹੜੀ ਦੂਸਰੀ ਹੈ ਉਹ ਸਿੱਧਾ ਹੀ ਹੈ 0 10 ਐਂਡ 10 0। ਅਤੇ ਆਹ ਜਿਹੜਾ ਤੀਸਰਾ ਹੈਗਾ ਇਹ x ਇਕੁਅਲ ਟੂ y, ਇਹ ਯਾਦ ਰੱਖ ਲਿਓ, ਆਹ ਹੁੰਦਾ ਇਹ 45 ਡਿਗਰੀ 'ਤੇ ਆ ਜਾਂਦੀ ਲਾਈਨ। ਸੋ ਇੱਕ ਦੇ ਰੀਜ਼ਨ ਅਬਾਵ ਆ, ਇੱਕ ਦੇ ਬਿਲੋ ਆ, ਤਾਂ ਉਹ ਆਪਣਾ ਕੰਮ ਬੜਾ ਸੌਖਾ ਹੋ ਜਾਣਾ। ਆਹ ਦੇਖੋ ਤੁਹਾਡਾ ਰੀਜ਼ਨ ਆ ਜਿਹੜਾ ਸਮਥਿੰਗ ਲਾਈਕ ਦਿਸ, ਹੈ ਨਾ। ਇਹਨਾਂ ਹੁਣ ਤਿੰਨਾਂ ਦੀ ਇੰਟਰਸੈਕਸ਼ਨ ਜ਼ਰੂਰ ਦੇਖਣੀ ਹੈ। ਸੋ x ਇਕੁਅਲ ਟੂ y ਸੀ, ਇਹਨਾਂ ਨੇ ਦੋਵਾਂ ਨੂੰ ਇੰਟਰਸੈਕਟ ਕੀਤਾ। ਆਹ ਆਪਸ ਵਿੱਚ ਦੇਖੋ 3 ਲਾਈਨਾਂ ਸੀਗੀਆਂ 1 2 ਅਤੇ 3। ਹੁਣ ਜਦੋਂ ਤੁਸੀਂ ਤਿੰਨਾਂ ਨੂੰ ਡਰਾ ਕਰ ਲਿਆ ਨਾ, ਤੁਸੀਂ ਇਹ ਡਰਾ ਕਰਕੇ ਰੀਜ਼ਨ ਦੇਖ ਲਓਗੇ ਵੀ ਇੱਕ ਦੇ ਉੱਪਰ ਆ ਇੱਕ ਦੇ ਨੀਚੇ ਆ, ਸਾਰਾ ਰੀਜ਼ਨ ਆ ਬਣ ਗਿਆ। ਪਰ ਹੁਣ ਇਹ ਜੇ ਦੇਖੋ ਵੀ ਜਿਹੜੀਆਂ ਪਹਿਲੀ ਦੋ ਆ ਉਹ ਆਪਸ ਵਿੱਚ ਇੰਟਰਸੈਕਟ ਨਹੀਂ ਕਰਦੀਆਂ, ਜੇ ਕਰਦੀਆਂ ਵੀ ਤਾਂ ਸੈਕਿੰਡ ਕੁਆਡਰੈਂਟ 'ਚ ਕਰਨੀਆਂ ਜਾ ਕੇ, ਉਹ ਆਪਣੇ ਮਤਲਬ ਇੰਟਰਸਟ ਦਾ ਨਹੀਂ ਹੈਗਾ ਗਾ। ਸੋ ਆਪਾਂ ਤਾਂ ਦੇਖਣਾ ਫਸਟ ਦੇ ਵਿੱਚ ਉਹ ਇੰਟਰਸੈਕਟ ਨਹੀਂ ਕਰ ਰਹੀਆਂ। ਬਟ ਜਿਹੜੀ ਸਾਡੀ ਆਹ ਲਾਈਨ ਸੀਗੀ ਆਹ ਵਾਲੀ, ਇਹਨੇ ਦੋਵਾਂ ਨੂੰ ਇੰਟਰਸੈਕਟ ਕੀਤਾ ਇੱਥੇ ਆ। ਇਹਦਾ ਮਤਲਬ ਕੀ ਹੈ ਵੀ ਸਾਨੂੰ ਆਹ x ਦੀ ਵੈਲੂ x ਇਕੁਅਲ ਟੂ y ਇਹਦੇ 'ਚ ਫਿਲ ਕਰਕੇ, ਜਿਵੇਂ ਫਾਰ ਐਗਜ਼ਾਮਪਲ ਮੈਂ ਦੇਖਿਆ ਵੀ ਇਹਦੀ ਅਤੇ ਇਹਦੀ ਇੰਟਰਸੈਕਸ਼ਨ ਕਿੱਥੇ ਹੋਣੀ ਹੈ, ਸਾਡੇ ਕੋਲ ਸੀਗਾ x ਪਲੱਸ y ਇਕੁਅਲ ਟੂ 10 ਅਤੇ x ਇਕੁਅਲ ਟੂ y। ਸੋ ਕਿੰਨਾ ਹੋ ਗਿਆ 2x ਇਕੁਅਲ ਟੂ 10 x ਇਕੁਅਲ ਟੂ 5। ਸੋ x ਇਕੁਅਲ ਟੂ ਅਤੇ y ਵੀ 5 ਹੋਊਗਾ, ਹੈ ਨਾ। ਸੋ ਇੱਕ ਤਾਂ 5 ਪੁਆਇੰਟ ਦੇ ਉੱਤੇ ਜਿੱਥੇ ਵੀ ਮਿਲਣਗੀਆਂ ਦੋਵੇਂ ਬਰਾਬਰ ਹੀ ਹੋਣਗੇ। ਸੋ ਇੱਕ ਤਾਂ ਹੋ ਗਿਆ 5 ਅਤੇ ਜਦੋਂ ਆਹ ਵਾਲੀਆਂ ਵੈਲੂ ਇਹਦੇ ਵਿੱਚ ਫਿਲ ਕਰਾਂਗੇ ਤਾਂ ਇਹ ਬਣ ਜੂਗਾ 15 ਹੈ ਨਾ। ਸੋ 15 ਸੋ ਤੁਸੀਂ ਧਿਆਨ ਦਿਓ, ਆ ਵੇਖੋ 15। ਸੋ ਹੁਣ ਸਾਡੇ ਕੋਲ ਕਿੰਨੇ ਕੋਰਨਰ ਪੁਆਇੰਟ ਮੈਥਡ ਕਹਿੰਦਾ ਕਿੰਨੇ ਕੋਰਨਰ ਬਣ ਗਏ, 4 ਬਣ ਗਏ। ਸੋ ਚਾਰੇ ਕੋਰਨਰ ਅਤੇ ਜਦ ਤੁਸੀਂ ਕੱਢਿਆ ਤਾਂ ਮਿਨੀਮਮ 60 ਆ ਗਿਆ ਅਤੇ 1 2 ਪੁਆਇੰਟ 'ਤੇ ਆ ਗਿਆ, ਹੈ ਨਾ, C ਅਤੇ D। ਸੋ ਅਸਲ ਵਿੱਚ ਕੀ ਹੁੰਦਾ ਵੀ ਜਦੋਂ 2 ਪੁਆਇੰਟ 'ਤੇ ਆ ਜਾਏ ਨਾ ਤਾਂ ਸਾਡੀ ਥਿਓਰਮ ਵੀ ਇਹ ਕਹਿੰਦੀ ਬੇਸਿਕਲੀ ਕਿ ਅਸੀਂ ਲਾਈਨ ਲੈਣੀ ਹੁੰਦੀ ਹੈ ਜਿਹੜੀ, ਚਲੋ ਤੁਹਾਡੇ ਸਿਲੇਬਸ ਦਾ ਹਿੱਸਾ ਨਹੀਂ ਪਰ ਮੈਂ ਫਿਰ ਵੀ ਦੱਸ ਦਿੰਦਾ। ਜਦੋਂ ਵੀ ਆਹ ਦੋ ਲਾਈਨਸ ਨੂੰ ਮਿਲਾਓ, ਆਹ ਪੂਰੀ ਇੱਕ ਆ ਗਈ ਸਾਈਡ ਆ ਗਈ ਉਹਦੀ, ਆਹ ਪੂਰੀ ਲਾਈਨ ਦੇ ਉੱਤੇ ਹੀ ਇਹਨੇ ਮੈਕਸੀਮਮ ਦੇਣਾ ਹੈ, ਠੀਕ ਹੈ ਜੀ, ਥਿਓਰੀ ਦੇ ਮੁਤਾਬਕ। ਸੋ ਇਹ ਮਲਟੀਪਲ ਹੋ ਗਿਆ ਜੀ। ਇਹਦਾ ਪੁਆਇੰਟ ਵੀ ਆਪਾਂ ਲਿਖਿਆ ਸੀ ਉੱਪਰ ਜੇ ਤੁਸੀਂ ਪੜ੍ਹਦੇ। ਸੋ ਐਗਜ਼ਾਮਪਲ ਨੰਬਰ 4 ਹੈ ਜੀ। ਸੋ ਇਹਦੇ ਵਿੱਚ ਫਿਰ ਸਾਨੂੰ ਕੀ ਕੀਤਾ ਹੋਇਆ, ਸ਼ਾਨਦਾਰ ਦਿੱਤੇ ਹੋਏ ਆ। ਇਹਨੂੰ ਤੁਸੀਂ ਯਾਰ ਮਾਈਨਸ ਤੋਂ ਡਰਨਾ ਨਹੀਂ ਹੁੰਦਾ ਗਾ, ਇਹਨੂੰ ਇੱਦਾਂ ਵੀ ਕਰ ਸਕਦੇ ਹੋ ਮਾਈਨਸ। ਜਦੋਂ ਤੁਸੀਂ ਇਹਨੂੰ ਕਰਨਾ ਨਾ ਡਰਾ ਕਰਨ ਵੇਲੇ ਕੋਈ ਚੱਕਰ ਨਹੀਂ, ਡਰਾ ਕਰ ਲਓ ਇਹਨੂੰ ਅਤੇ ਬਸ ਉੱਦਾਂ ਹੀ ਆਪਾਂ ਵੇਖਣਾ ਹੁੰਦਾ ਪੁਆਇੰਟ ਕੱਢ ਕੇ ਵੀ ਉਹਨੂੰ ਸੈਟਿਸਫਾਈ ਕਰ ਰਿਹਾ ਕਿ ਨਹੀਂ ਕਰ ਰਿਹਾ ਹੈਗਾ। ਜੇ ਉਹਨੂੰ ਪੁਆਇੰਟ ਸੈਟਿਸਫਾਈ ਕਰੂਗਾ ਤਾਂ ਉਹਦੇ ਅਕੋਰਡਿੰਗਲੀ ਉਵੇਂ ਬਣਾ ਲੈਣਾ। ਸੋ ਇਹ ਦੇਖੋ ਕਿਹੜੇ ਕਿਹੜੇ ਪੁਆਇੰਟ ਵਿੱਚ ਦੀ ਲੰਘ ਰਿਹਾ, ਉਵੇਂ ਇਹਨੂੰ ਡਰਾ ਕਰ ਲਾਂਗੇ, ਜਿਵੇਂ 2x ਮਾਈਨਸ y ਇਕੁਅਲ ਟੂ -5। ਸੋ ਇਹਨੂੰ ਤੁਹਾਡੇ ਕੋਲ ਕੀ ਆ ਗਿਆ ਜੀ, y ਦੀ ਵੈਲਿਊ ਆ ਗਈ ਤੁਹਾਡੇ ਕੋਲ 2x ਪਲੱਸ 5। ਓਕੇ, ਜੇ ਤੁਸੀਂ x ਨੂੰ ਫਿਲ ਕਰੋਗੇ 1 ਤਾਂ y ਦੀ ਵੈਲਿਊ ਆ ਜਾਊਗੀ ਤੁਹਾਡੇ ਕੋਲ 7, ਅਤੇ ਜੇ x ਨੂੰ ਫਿਲ ਕਰੋਗੇ 0 ਤਾਂ y ਦੀ ਵੈਲਿਊ ਆ ਜਾਊਗੀ 5, ਹੈ ਨਾ। ਸੋ ਇਸੇ ਤਰ੍ਹਾਂ ਇਹਨੂੰ ਕਰ ਲਿਓ ਇਕੁਅਲ ਕਰਕੇ, ਅਤੇ ਤਿੰਨਾਂ ਨੂੰ ਇਕੁਅਲ ਕਰਕੇ ਰੱਖ ਲਿਓ, ਡਰਾ ਕਰ ਲਿਓ, ਇੰਟਰਸੈਕਟ ਕਰ ਲਿਓ, ਤਾਂ ਇੰਟਰਸਟਿੰਗਲੀ ਤੁਹਾਡੇ ਕੋਲ ਰੀਜ਼ਨ ਬਣ ਗਿਆ ਦਿਸ ਵਨ। ਸੋ ਜਦੋਂ ਹੁਣ ਇਹ ਤੁਹਾਡਾ ਰੀਜ਼ਨ ਬਣ ਗਿਆ ਤਾਂ ਇਹਦੇ ਵਿੱਚ ਇੱਕ ਅਨਬਾਊਂਡਡ ਆ ਗਿਆ, ਇੱਕ ਸਪੈਸ਼ਲ ਕੇਸ ਬਣ ਗਿਆ। ਜਦੋਂ ਅਨਬਾਊਂਡਡ ਆ ਗਿਆ ਤਾਂ ਅਨਬਾਊਂਡਡ ਦੀ ਇੱਕ ਦਿੱਕਤ ਹੈ। ਅਨਬਾਊਂਡਡ ਦੀ ਕੀ ਦਿੱਕਤ ਹੈ ਵੀ ਅਸੀਂ ਉਹਦੇ ਵਿੱਚ ਕੇਸ ਦੱਸਿਆ ਸੀ ਵੀ ਜਦੋਂ ਜਸਟ ਅ ਮੂਮੈਂਟ, ਜਦੋਂ ਆਪਾਂ ਇੱਥੇ ਸਟੈਪਸ ਪੜ੍ਹ ਰਹੇ ਸੀ, ਹਾਂਜੀ, ਜਦੋਂ ਸਾਡੇ ਕੋਲ ਸੀਗਾ ਦਿਸ ਵਨ ਸਟੈਪ 6 ਸਿਮਿਲਰਲੀ, ਹੈ ਨਾ। ਜੇ ਇਨ ਕੇਸ ਦਾ ਫਿਜ਼ੀਬਲ ਰੀਜ਼ਨ ਅਨਬਾਊਂਡਡ ਦੈਨ ਗੋ ਟੂ ਦ ਨੈਕਸਟ ਸਟੈਪ। ਹੁਣ ਇਹਦੇ ਵਿੱਚ ਹੈ ਵੀ ਐਮ ਇਜ਼ ਦਾ ਮਿਨੀਮਮ ਵੈਲਿਊ ਆਫ ਜ਼ੈਡ ਇਫ ਦਾ ਓਪਨ ਹਾਫ ਪਲੇਨ determined by ax plus by less than m has no point common in the feasible region। ਤਾਂ ਇਹਨੇ ਮਿਨੀਮਮ ਵੈਲਿਊ ਬਣ ਜਾਣੀ ਹੈ ਜੇਕਰ ਕੀ ਹੈ ਉਹਦਾ ਕੋਈ ਪੁਆਇੰਟ ਬਾਕੀ ਫਿਜ਼ੀਬਲ ਰੀਜਨ ਕਾਮਨ ਨਹੀਂ ਹੋਣਾ ਚਾਹੀਦਾ, ਅਦਰਵਾਈਜ਼ ਜ਼ੈਡ ਹੈਜ਼ ਨੋ ਮਿਨੀਮਮ ਵੈਲਿਊ। ਸੋ ਹੁਣ ਜਿਹੜਾ ਆਪਣਾ ਹੱਥ ਵਾਲਾ ਕੁਐਸਚਨ ਹੈ, ਜਿਹੜਾ ਪ੍ਰੈਜੈਂਟ ਕੁਐਸਚਨ ਜਿਹਨੂੰ ਆਪਾਂ ਡਿਸਕਸ ਕਰ ਰਹੇ ਹਾਂ, ਤਾਂ ਉਹਦਾ ਜਿਹੜਾ ਗ੍ਰਾਫ ਆ ਬਣ ਗਿਆ, ਹੈ ਨਾ। ਸੋ ਓਬਜੈਕਟਿਵ ਫੰਕਸ਼ਨ ਕੀ ਸੀਗਾ ਤੁਹਾਡਾ, ਓਬਜੈਕਟਿਵ ਫੰਕਸ਼ਨ ਸੀਗਾ ਦਿਸ ਵਨ,
ऑब्जेक्टिव फंक्शन ਸੀਗਾ ਆਹ ਵਾਲਾ ऑब्जेक्टिव फंक्शन ਸੀਗਾ ਤੇ ਮਿਨੀਮਮ ਵੈਲਿਊ ਕਿੰਨੀ ਸੀਗੀ ऑब्जेक्टिव फंक्शन ਸੀ -50x + 20y ਆ ਸੀ ਤੇ ਮਿਨੀਮਮ ਵੈਲਿਊ ਕਿੰਨੀ ਸੀ -300। ਹੁਣ ਤੁਸੀਂ ਕੀ ਕਰਨਾ ਇਹਨੂੰ ਬਰਾਬਰ ਇਹਨੂੰ ਇਕੁਅਲ ਲੈ ਕੇ ਨਾ ਤੇ ਇਹਦਾ ਹਾਫ ਪਲੇਨ ਕੱਢਣ ਦੀ ਕੋਸ਼ਿਸ਼ ਕਰਦੇ ਹਾਂ ਆਪਾਂ। ਸੋ 0 0 ਕੈਂਸਲ ਹੋ ਗਿਆ ਮਤਲਬ -5x + 2y = -30 ਹੈ ਨਾ। ਤਾਂ ਅਸੀਂ ਹੁਣ ਇਹ ਦੇਖਣਾ ਵੀ ਜਿਹੜਾ ਆਹ ਸਾਡਾ ਪਲੇਨ ਹੈ ਆਹ ਵਾਲਾ ਹਾਫ ਪਲੇਨ ਹੈ ਜਿਹੜਾ ਇਹਦਾ ਕੋਈ ਕਾਮਨ ਰੀਜ਼ਨ ਹੈਗਾ ਫਿਜ਼ੀਬਲ ਰੀਜ਼ਨ ਨਾਲ ਕੋਈ ਕਾਮਨ ਪੁਆਇੰਟ ਹੈਗਾ ਤਾਂ ਬਿਲਕੁਲ ਹੈਗਾ ਜੀ। ਆਹ ਤਾਂ ਬਹੁਤ ਸਾਰੇ ਪੁਆਇੰਟਸ ਕਾਮਨ ਹੋ ਗਏ ਇਹਦੇ ਵਿੱਚ। ਆਹ ਪਿਆ ਜਿਹੜਾ ਜਿਹਦੀ ਗੱਲ ਕਰ ਰਿਹਾ ਆਹ ਵਾਲਾ ਅਗਰ ਇਹ ਪਾਸੇ ਦੀ ਪਾਸੇ ਹੁੰਦਾ ਫਿਰ ਤਾਂ ਅਸੀਂ ਕਹਿ ਦਿੰਦੇ ਵੀ ਸਾਡੀ ਮਿਨੀਮਮ ਸੋਲੂਸ਼ਨ ਆ ਗਿਆ ਸਾਡਾ ਕਿਹੜੇ ਪੁਆਇੰਟ 'ਤੇ ਆ ਗਿਆ 60 'ਤੇ ਫਿਰ ਤਾਂ ਅਸੀਂ ਕਹਿ ਦੇਣਾ ਸੀ ਆਨਸਰ ਆ। ਪਰ ਇੱਦਾਂ ਨਹੀਂ ਹੈਗਾ ਕਿਉਂਕਿ ਸਾਡੀ ਥਿਓਰੀ ਦੇ ਮੁਤਾਬਕ ਇਹਦੇ ਨਾਲ ਇਹਦਾ ਕੋਈ ਕਾਮਨ ਪੁਆਇੰਟ ਨਹੀਂ ਹੋਣਾ ਚਾਹੀਦਾ ਸੀ ਬਟ ਇਹਦੇ ਕੁਝ ਪੁਆਇੰਟਸ ਜਿਹੜੇ ਹੈਗੇ ਆ ਉਹ ਕਾਮਨ ਹੈਗੇ ਆ। ਤੋ ਕਾਮਨ ਪੁਆਇੰਟ ਹੋਣ ਕਰਕੇ ਫਿਰ ਅਸੀਂ ਇਹਦਾ ਅਲਟੀਮੇਟਲੀ ਕੀ ਲਿਖਾਂਗੇ ਤਾਂ ਨੋ ਮਿਨੀਮਮ ਵੈਲਿਊ। ਠੀਕ ਹੈ ਨਾ ਜੀ ਇਹਦਾ ਕੋਈ ਸੋਲੂਸ਼ਨ ਨਹੀਂ ਹੈਗਾ ਨੋ ਮਿਨੀਮਮ ਵੈਲਿਊ ਸੀ। ਸੋ ਨੋ ਮਿਨੀਮਮ ਵੈਲਿਊ। ਸੋ ਉਸ ਤੋਂ ਬਾਅਦ ਅਗਲੇ ਕੁਐਸਚਨ 'ਤੇ ਆ ਜਾਓ ਜੀ। ਐਗਜ਼ਾਮਪਲ 5 ਅਜੇ ਇੰਪੋਰਟੈਂਟ ਹੈ ਇੱਕ ਇਹ ਅਲੱਗ ਤਰ੍ਹਾਂ ਦੀ ਇੱਕ ਸਿਚੁਏਸ਼ਨ ਹੈ। ਇਹਦੇ ਵਿੱਚ ਸਪੋਜ਼ ਕਰੋ ਅੱਗੇ ਵਾਂਗੂ x + y = 8 ਲਿਖ ਲਓ। ਤਾਂ ਜਦੋਂ ਤੁਸੀਂ ਇੱਕ ਗ੍ਰੇਟਰ ਦੈਨ ਵਾਲਾ ਅਤੇ ਇਹਦੇ 2 ਪੁਆਇੰਟ ਬਣ ਗਏ ਇੱਕ 0 8 ਬਣ ਗਿਆ ਇੱਕ 8 0 ਬਣ ਗਿਆ। ਸੋ ਜੋ ਦੂਸਰਾ ਹੈਗਾ ਇਹਨੂੰ ਲਿਖ ਲਿਆ ਤੁਸੀਂ 3x + 5y = 15। ਸੋ ਜੇ ਤੁਸੀਂ x ਨੂੰ 0 ਫਿਲ ਕੀਤਾ ਤਾਂ y ਦੀ ਵੈਲਿਊ 3 ਆ ਗਈ। y ਨੂੰ 0 ਫਿਲ ਕੀਤਾ ਅਤੇ x ਦੀ ਵੈਲਿਊ 5 ਆ ਗਈ। ਸੋ 0 3 ਐਂਡ 5 0 2 ਪੁਆਇੰਟ ਬਣ ਗਏ ਹੈ ਨਾ ਜੀ। ਹੁਣ ਡਰਾ ਕਰੋ ਤੁਸੀਂ ਇੱਕ ਮਿੰਟ 0 1 2 3 4 5 6 7 8 1 2 3 4 5 6 7 ਅਤੇ ਇੱਥੇ 8 ਕਰ ਦਿਓ। ਸੋ ਇੱਕ ਪੁਆਇੰਟ ਸੀਗਾ 8 0 ਮਤਲਬ 8 0 ਪੁਆਇੰਟ ਆਹ ਵਾਲਾ ਦਿਸ ਵਨ ਅਤੇ ਇੱਕ ਸੀਗਾ 0 8 ਆਹ ਵਾਲਾ। ਸੋ ਇਹਨੂੰ ਮਿਲਾ ਦਿਓ ਲਾਈਕ ਦਿਸ। ਸੋ ਇਹ ਕੀ ਹੈ ਬਿਗਰ ਦੈਨ 0 ਹੋਣਾ ਚਾਹੀਦਾ ਗ੍ਰੇਟਰ ਦੈਨ ਅਤੇ ਇਹਦਾ ਮਤਲਬ ਇਹਦਾ ਫਿਜ਼ੀਬਲ ਰੀਜਨ ਉੱਪਰ ਹੈ। ਇਹਦਾ ਸ਼ੇਡਡ ਪੋਰਸ਼ਨ ਆਪਾਂ ਕਿੱਧਰ ਲਾਵਾਂਗੇ ਇਹਦਾ ਉੱਪਰ ਲਾਵਾਂਗੇ ਇੱਦਾਂ ਇੱਦਾਂ ਤਾਂ ਨੂੰ। ਹੁਣ ਆ ਜਾਓ ਦੂਸਰੇ 'ਤੇ। ਸੋ ਇਹਦਾ ਪੁਆਇੰਟ ਕਿਹੜਾ ਸੀਗਾ x ਦੀ ਵੈਲਿਊ 0 ਅਤੇ y ਦੀ 3 ਉਹ ਆ ਹੋ ਗਿਆ ਦਿਸ ਵਨ ਅਤੇ ਦੂਸਰਾ ਪੁਆਇੰਟ 5 0 ਸੀ 5 0 ਆ ਸੀ ਹੈ ਨਾ। ਇਹਨੂੰ ਡਰਾ ਕਰ ਦਿਓ ਡਰਾ ਕਰਤਾ ਠੀਕ ਹੈ ਜੀ। ਹੁਣ ਇਹ ਕੀ ਸੀ ਇਹ ਬਲੋ ਵਾਲਾ ਸੀ ਹੈ ਨਾ 0 0 ਫਿਲ ਕਰਾਂਗੇ ਇਹਦੇ ਵਿੱਚ ਤੈਨੂੰ ਸੈਟਿਸਫਾਈ ਕਰਦਾ ਆਪ 0 0 ਇਹਨੂੰ ਵਿੱਚ ਫਿਲ ਕਰਾਂਗੇ ਸੈਟਿਸਫਾਈ ਕਰਦਾ ਵੈਸੇ ਵੀ ਲੈਸ ਦੈਨ ਵਾਲਾ ਇਹਦਾ ਪੋਰਸ਼ਨ ਬਲੋ ਹੋਊਗਾ। ਸੋ ਇਹਦਾ ਰੀਜ਼ਨ ਕਿੰਨਾ ਹੋ ਗਿਆ ਨੀਚੇ ਨੂੰ ਆ ਗਿਆ ਡਨ। ਸੋ ਹੁਣ ਇੱਕ ਗੱਲ ਬਣ ਗਈ ਵੀ ਕੋਈ ਇਹਨਾਂ 'ਚ ਕਾਮਨ ਰੀਜ਼ਨ ਆਇਆ ਹੀ ਨਹੀਂ ਗਾ। ਜੇਕਰ ਇਹਨਾਂ 'ਚ ਕੋਈ ਕਾਮਨ ਰੀਜ਼ਨ ਹੀ ਨਹੀਂ ਹੈਗਾ no feasible reason there is no feasible reason there is no feasible reason ਕੋਈ feasible reason ਨਹੀਂ ਹੈਗਾ ਗਾ। ਅਤੇ ਇਹਦਾ ਮਤਲਬ ਕੀ ਹੈ ਵੀ ਜਦੋਂ feasible reason ਨਹੀਂ ਹੈਗਾ ਤਾਂ no that is no feasible solution। ਅਗਰ ਕੋਈ ਕਾਮਨ ਵੈਲਿਊ ਹੀ ਨਹੀਂ ਹੈਗੀ ਜਿਹੜੀ ਜਿਹੜੀਆਂ ਸਾਡੀਆਂ ਓਵਰਰਾਈਡਿੰਗ ਕੰਡੀਸ਼ਨ ਨੂੰ ਸੈਟਿਸਫਾਈ ਕਰਦੀ ਹੋਵੇ ਤਾਂ ਅਸੀਂ ਕਿਵੇਂ ਕਹਿ ਦਾਂਗੇ ਸੋਲੂਸ਼ਨ ਨੋ ਫਿਜ਼ੀਬਲ ਸੋਲੂਸ਼ਨ। ਠੀਕ ਹੈ ਜੀ। ਸੋ ਸਾਰੀਆਂ ਮੈਕਸੀਮਮ ਮਿਨੀਮਮ ਬਾਊਂਡਡ ਅਨਬਾਊਂਡਡ ਹਰ ਤਰ੍ਹਾਂ ਦੀ ਪ੍ਰੋਬਲਮ ਨੂੰ ਆਪਾਂ ਬੇਟਾ ਡਿਸਕਸ ਕਰ ਲਿਆ। ਸੋ ਹੋਪਫੁਲੀ ਤੁਸੀਂ ਇਸ ਲੈਕਚਰ ਨੂੰ ਹੁਣ ਤੱਕ ਇੰਜੋਏ ਕੀਤਾ ਹੋਊਗਾ। ਵਾਰ ਦੇਖ ਲਿਓ ਜੀ। ਤਾਂ ਐਕਸਰਸਾਈਜ਼ 12.1 NCERT ਦੇ ਵਿੱਚ ਕੁਝ ਕੁਐਸਚਨ ਦਿੱਤੇ ਹੋਏ ਆ ਉਹ ਪੜ੍ਹ ਲਿਓ ਜੀ। ਇਹਦੇ ਵਿੱਚ ਹੋਰ ਲੈਕਚਰ ਵੀ ਲੈ ਕੇ ਆਵਾਂਗੇ ਕੁਝ ਪਿਛਲੇ ਪੇਪਰਾਂ ਦੇ ਇੰਪੋਰਟੈਂਟ ਕੁਐਸਚਨਸ ਡਿਸਕਸ ਕਰਾਂਗੇ। ਤਾਂ ਇੱਕ ਥੋੜ੍ਹਾ ਜਿਹਾ ਵੇਟ ਕਰ ਰਹੇ ਹਾਂ ਅਸੀਂ ਵੀ ਪੰਜਾਬ ਬੋਰਡ ਆ ਜਿਹੜਾ ਆਪਦਾ ਪੇਪਰ ਪੈਟਰਨ ਜਾਰੀ ਕਰੇ ਤਾਂ ਅਸੀਂ ਅਗਲੇ ਉਹਦੇ ਮੁਤਾਬਕ ਆਪਣੀ ਤਿਆਰੀ ਕਰੀਏ। ਜੇ ਉਹਨੇ MCQs ਕਰਵਾਏ ਤਾਂ ਫਿਰ ਆਪਾਂ MCQs ਕਰ ਲਾਂਗੇ। ਬੜੇ ਇੰਟਰਸਟਿੰਗ ਅਤੇ ਅੱਛੇ MCQ ਬਣਦੇ ਇਹਦੇ ਵਿੱਚੋਂ ਥਿਊਰੀ ਦੇ। ਅਤੇ ਜੇ ਕੁਐਸਚਨਸ ਆਇਆ ਤਾਂ ਫਿਰ ਉਹ 6 ਨੰਬਰ ਦਾ ਕੁਐਸਚਨ ਆਉਂਦਾ ਅਤੇ ਉਹਦੇ ਵਿੱਚ ਗ੍ਰਾਫੀਕਲ ਹੁੰਦਾ ਤਾਂ ਉਹਦੀ ਪ੍ਰੈਕਟਿਸ ਕਰ ਲਿਓ। ਆ ਜਿਹੜੀਆਂ 4-5 ਐਗਜ਼ਾਮਪਲਸ ਕਰਵਾਈਆਂ ਜਾਂ 6 ਕੁਐਸਚਨ ਕਰਵਾਏ ਆ ਇਹਨਾਂ ਵਰਗੇ ਹੀ ਆਉਣੇ ਆ।
ਬਾਕੀ ਮੈਂ ਫਿਰ 2 ਤੋਂ 3 ਲੈਕਚਰ ਐਟਲੀਸਟ 2 ਲੈਕਚਰ ਤਾਂ ਇੱਥੇ ਮੈਂ ਹੋਰ ਲੈ ਕੇ ਆਊਂਗਾ, ਜਿਹਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦੀਆਂ ਪ੍ਰੋਬਲਮ ਸ਼ਾਰਟ ਲੌਂਗ ਜਿਵੇਂ ਵੀ ਐਗਜ਼ਾਮੀਨਰ ਆਪਾਂ ਨੂੰ ਚਾਹੂਗਾ ਉਹ ਆਪਾਂ ਕਰਾਂਗੇ। ਸੋ ਥੈਂਕ ਯੂ ਬੇਟਾ, ਥੈਂਕਸ ਫॉर ਵਾਚਿੰਗ। ਮਿਲਦੇ ਹਾਂ ਨੈਕਸਟ ਲੈਕਚਰ ਦੇ ਵਿੱਚ।